ਵਾਹਿਗੁਰੂ। ਤਿੰਨ ਜੂਨ ਨੂੰ ਦਰਬਾਰ ਸਾਹਿਬ ਦੇ ਦੁਆਲੇ ਫੌਜ ਦਾ ਘੇਰਾ ਪੈ ਚੁੱਕਾ ਹੈ ਔਰ ਸੰਤਾਂ ਦਾ ਹੁਕਮ ਸੀ ਕਿ ਜੇ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤੇ ਇਸੇ ਲਾਸ਼ਾਂ ਦੇ 70 ਵਿਛਣਗੇ। ਜਿਸ ਵਕਤ 4:45 ਹੋਏ, ਇਸ ਜ਼ਾਲਮ ਹਕੂਮਤ ਦੀ ਜਿਹੜੀ ਫੌਜ ਹੈ ਉਹਦੇ ਵੱਲੋਂ ਇੱਕ ਪਹਿਲਾ ਗੋਲਾ ਆਇਆ ਹੈ ਜੋ ਅਕਾਲ ਤਖ਼ਤ ਦੀ ਸੱਜੀ ਬਾਝ ਉੱਤੇ ਆ ਕੇ ਵੱਜਾ ਹੈ। ਬਸ ਉਸ ਗੋਲਾ ਵੱਜਣ ਦੀ ਢੇਰ ਸੀ। ਫਿਰ ਦੋਹਾਂ ਪਾਸਿਆਂ ਤੋਂ ਗੋਲੀਆਂ ਦੇ ਵਿਛਾੜ ਨਾ ਫੌਜ ਨੇ ਕਸਰ ਛੱਡੀ, ਨਾ ਸਿੰਘਾਂ ਨੇ ਕਸਰ ਛੱਡੀ। ਕੋਈ ਤਕਨੀਕਾਂ ਇਹੋ ਜਿਹੀਆਂ ਸੀ ਜਨਰਲ ਸਵੈਗ ਜੀ ਨੇ ਬਣਾ ਦਿੱਤੀਆਂ ਉੱਥੇ ਕਿ ਫੌਜ ਦੀ ਕੋਈ ਆਵਾਜ਼ ਨਹੀਂ ਜਾ ਰਹੀ। ਉਹਨੂੰ ਇਹ ਨਹੀਂ ਪਤਾ ਚੱਲਿਆ ਵੀ ਗੋਲੀ ਆ ਕਿੱਥੋਂ ਰਹੀ ਹੈ, ਕਿਉਂਕਿ ਉਹ ਆਏ ਸੀਗੇ ਅਸੀਂ 2-2.5 ਘੰਟੇ ਦੇ ਵਿੱਚ ਸੰਤ ਭਿੰਡਰਾਂ ਨੂੰ ਜਾਂ ਤਾਂ ਸ਼ਹੀਦ ਕਰ ਦਿਆਂਗੇ ਜਾਂ ਫੜ ਕੇ ਤੁਹਾਡੇ ਹਵਾਲੇ ਕਰ ਦਿਆਂਗੇ। ਇਹਨਾਂ ਦੋਵਾਂ ਵਿੱਚ ਉਹਨਾਂ ਦੀ ਕੋਈ 5 ਤਰੀਕ ਤੱਕ ਕੋਈ ਗੱਲ ਬਣੀ ਨਹੀਂ। ਇੱਕ ਬਟਾਲਾ ਬੰਬ ਜ਼ਰੂਰ ਹੈਗਾ ਸੀ। ਉਹ ਬਟਾਲਾ ਬੰਬ ਉਹਨੂੰ ਕਹਿੰਦੇ ਆ ਕਿ ਗਰਾਰੀ ਟੋਕੇ ਦੀ ਹੁੰਦੀ ਆ ਨਾ, ਟੋਕੇ ਦੀ ਗਰਾਰੀ ਲੈ ਕੇ ਉਹਦੇ 'ਚ ਮੋਰੀਆਂ ਹੁੰਦੀਆਂ, ਉਹਦੇ 'ਚ ਬਰੂਦ ਭਰ ਕੇ ਤੇ ਉਹਦੇ 'ਚ ਫੀਤਾ ਲਾ ਕੇ ਤੇ ਉਹ ਚੱਲਦਾ ਸੀ। ਉਹ ਇੰਨਾ ਜ਼ਬਰਦਸਤ ਬੰਬ ਸੀ ਵੀ ਉਹ ਫੌਜ ਵਾਲੇ ਤਰਾ ਕਰ ਉੱਠਦੇ। ਪਰ ਕਮਰਾਂ ਦੇ ਵਿੱਚ ਇਹਨਾਂ ਨੇ ਬਹੁਤ ਨਜਾਇਜ਼ ਕਤਲੇਆਮ ਕੀਤੇ, ਇੱਥੋਂ ਤੱਕ ਕਿ ਦੁੱਧ ਚੁੰਘਿਆਂ ਬੱਚਿਆਂ ਨੂੰ ਨਹੀਂ ਮਾਫ਼ ਕੀਤਾ। ਹਰਿਮੰਦਰ ਸਾਹਿਬ ਨੂੰ ਗੋਲੀਆਂ ਵੱਜਦੀਆਂ ਸੀ, ਸਿੰਘਾਂ ਨੂੰ ਇੰਨਾ ਰੋਹ ਆਉਂਦਾ ਸੀ ਕਿ ਇਹਨਾਂ ਨੂੰ ਅਸੀਂ ਕੱਚਿਆਂ ਨੂੰ ਸਾੜ ਦਈਏ, ਇਹਨਾਂ ਨੂੰ ਕੱਚਿਆਂ ਨੂੰ ਪੀ ਜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਰ ਰਹੇ ਹਾਂ 1984 ਦੀ। 1984 ਦੇ ਵਿੱਚ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੁੰਦਾ ਹੈ, ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਸੀ ਉਹਨਾਂ ਦੇ ਹਿਰਦੇ ਵਲੂੰਦਰੇ ਗਏ ਜਦੋਂ ਪਤਾ ਲੱਗਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਫੌਜਾਂ ਚੜ੍ਹ ਕੇ ਆ ਗਈਆਂ। ਉਸ ਸਮੇਂ ਪਿੰਡਾਂ ਦੇ ਵਿੱਚੋਂ ਜਿਹੜੇ ਨੌਜਵਾਨ ਸੀ ਉਹ ਜਥੇ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਤੁਰੇ। ਉਹਨਾਂ ਦੇ ਵਿੱਚੋਂ ਇੱਕ ਜਥਾ ਤੁਰਿਆ ਪਿੰਡ ਵਰਪਾਲ ਤੋਂ, ਜ਼ਿਲ੍ਹਾ ਅੰਮ੍ਰਿਤਸਰ ਤੋਂ। ਮੇਰੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਰਾਜ ਸਿੰਘ ਜੀ, ਪਿੰਡ ਇਹਨਾਂ ਦਾ ਵਰਪਾਲ ਹੈ, ਜ਼ਿਲ੍ਹਾ ਅੰਮ੍ਰਿਤਸਰ ਹੈ, ਜੋ ਕਿ ਉਦੋਂ ਇੱਕ ਜਥੇ ਰੂਪੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਗਏ। ਉੱਥੇ ਜਾ ਕੇ ਕੀ ਇਹਨਾਂ ਨੇ ਕੀਤਾ, ਕੀ ਦੇਖਿਆ, ਉਹ ਸਾਰੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ 1984 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੁੰਦਾ ਹੈ ਜੀ, ਉਦੋਂ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਜਾਂ ਤੁਹਾਡੇ ਇਲਾਕੇ ਦੀ ਗੱਲ ਕਰੀਏ, ਕਿਵੇਂ ਦਾ ਮਾਹੌਲ ਸੀ ਇੱਥੇ? ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ ਨਾ, ਨਰਕਧਾਰੀਆਂ ਵੱਲੋਂ 13 ਸਿੰਘਾਂ ਦੀ ਸ਼ਹੀਦੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਅਦੁੱਤੀ ਕੁਰਬਾਨੀ ਔਰ ਦਰਬਾਰ ਸਾਹਿਬ ਦੀ ਜੋ ਗੰਭੀਰ ਗਾਥਾ ਹੈ ਔਰ ਦਿੱਲੀ ਦੇ ਸਿੱਖਾਂ ਦਾ ਕਤਲੇਆਮ, ਇਹ ਸਾਰੀਆਂ ਤਸਵੀਰਾਂ ਸਾਡੇ ਨਿਗਾਹ ਦੇ ਸਾਹਮਣੇ ਆ ਜਾਂਦੀਆਂ ਨੇ। ਔਰ ਉਹਨਾਂ ਵਕਤਾਂ ਵਿੱਚ ਹਰ ਪੰਜਾਬ ਦੇ ਜਿੰਨੇ ਵੀ ਪਿੰਡ ਨੇ, ਹਰ ਪਿੰਡ ਦੀ ਵੱਖਰੀ ਵੱਖਰੀ ਦਾਸਤਾਨ ਹੈ। ਇਸ ਤਰ੍ਹਾਂ ਹੀ ਜੋ ਆਪ ਜੀ ਨੇ ਸਵਾਲ ਕੀਤਾ ਹੈ, ਨਗਰ ਗੋਪਾਲ ਦੀ ਵੀ ਉਹ ਵੱਖਰੀ ਦਾਸਤਾਨ ਹੈ। ਇਸ ਨਗਰ ਦੇ ਵਿੱਚ ਸੰਤ ਗੁਰਭਜਨ ਸਿੰਘ ਜੀ ਖਾਲਸਾ, ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਇਹਨਾਂ ਨੂੰ ਇਹ ਚਰਨਵਾਰ ਕਿਸ ਪ੍ਰਾਣ ਨੂੰ ਪ੍ਰਾਪਤ ਹੋਈ ਹੈ। ਔਰ ਉਹਨਾਂ ਦੀ ਬਦੌਲਤ ਕਾਫੀ ਸਿੰਘਾਂ ਨੇ ਅੰਮ੍ਰਿਤ ਛਕਿਆ ਔਰ ਉਹਨਾਂ ਦੇ ਬਚਨਾਂ 'ਤੇ ਚੱਲਣ ਦਾ ਯਤਨ ਕੀਤਾ ਹੈ।
ਪੰਜਾਬ ਦੇ ਹਾਲਾਤ ਐਸੇ ਵਿਗੜੇ ਔਰ ਬਦਲੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਕੋਈ ਨਾ ਕੋਈ ਆਪਣਾ ਹਮਲਾ ਮਾਰਨ। ਔਰ ਉਸ ਵਕਤ ਦੀ ਜ਼ਾਲਮ ਹਕੂਮਤ ਹੈ ਜੋ ਕਾਂਗਰਸ ਹੈ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੈ, ਉਹਨੇ ਸਾਰੀਆਂ ਗੱਲਾਂ ਪਿੱਛੇ ਰੱਖ ਕੇ ਆਪਣੀਆਂ ਮੰਗਾਂ ਨੂੰ ਤੇ ਸਿੱਖਾਂ ਦੇ ਨਾਲ ਇਹ ਧਰੋਹ ਕਮਾਇਆ। ਔਰ ਉਸੇ ਗੱਲ ਨੂੰ ਮੁੱਖ ਰੱਖਦਿਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਦੀ बढ़त ਨੂੰ ਵੇਖ ਕੇ ਉਹ ਇਹ ਜਰ ਨਹੀਂ ਸਕੇ। ਕੇਂਦਰ ਸਰਕਾਰ ਵੀ ਨਾਲ ਮੈਂ ਸਪਸ਼ਟ ਕਹਿ ਦਿਆਂ ਕਿ ਜੋ ਉਸ ਵਕਤ ਅਕਾਲੀਆਂ ਦੇ ਆਗੂ ਸੀ ਉਹ ਵੀ ਇਹ ਗੱਲ ਉਹਨਾਂ ਨੂੰ ਬਰਦਾਸ਼ਤ ਨਾ ਹੋਈ। ਅਖੀਰ 3 ਜੂਨ ਨੂੰ ਦਰਬਾਰ ਸਾਹਿਬ ਦੇ ਦੁਆਲੇ ਫੌਜ ਦਾ ਘੇਰਾ ਪੈ ਚੁੱਕਾ ਹੈ ਔਰ ਸੰਤਾਂ ਦਾ ਹੁਕਮ ਸੀ ਕਿ ਜੇ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤੇ ਇਸੇ ਲਾਸ਼ਾਂ ਦੇ 70 ਵਿਛਣਗੇ ਔਰ ਜਿੱਥੇ ਜਿੱਥੇ ਵੀ ਕੋਈ ਹੈ ਉੱਥੇ ਉੱਥੇ ਆਪਣਾ ਉਹ ਮੋਰਚਾ ਜਮਾ ਲਵੇ ਤੇ ਉੱਥੇ ਕਾਰਵਾਈ ਸ਼ੁਰੂ ਕਰੇ। ਦਰਬਾਰ ਸਾਹਿਬ ਆਉਣ ਦੀ ਕਿਰਪਾਲਤਾ ਘੱਟ ਹੀ ਕਰਨੀ। ਲੇਕਿਨ ਉਹਨਾਂ ਨੇ ਫਿਰ ਵੀ ਹਾਲਾਤਾਂ ਨੂੰ ਦੇਖਦਿਆਂ ਉੱਥੇ ਸਾਡੇ ਨਗਰ ਦੇ 2 ਸਿੰਘ ਸਰਦਾਰ ਸ਼ਿੰਦਾ ਸਿੰਘ ਜੀ ਤੇ ਸਰਦਾਰ ਕਰਮ ਸਿੰਘ ਜੀ ਉੱਥੇ ਸਨ ਉਸ ਦਿਨ। ਔਰ ਉਹਨਾਂ ਨੇ ਵਕਤ ਨੂੰ ਭਾਲਦਿਆਂ ਹੋਇਆਂ ਸੰਤਾਂ ਨੇ ਸੁਨੇਹਾ ਭੇਜਿਆ ਹੈ ਕਿ ਤੁਸੀਂ ਆਪਣੇ ਆਪਣੇ ਨਗਰ ਦੇ ਵਿੱਚ ਜਾਓ, ਉੱਥੋਂ ਜਿੰਨੇ ਵੀ ਸਿੰਘ, ਜੇ ਕੋਈ ਫੌਜ ਦਾ ਕੋਈ ਜਵਾਨ ਹੈ ਰਿਟਾਇਰ ਜਾਂ ਕੋਈ ਹੋਰ ਹਥਿਆਰ ਚਲਾਉਣ ਜਾਣਦਾ ਹੈ ਉਹਨੂੰ ਲੈ ਕੇ ਆਓ। ਉਸ ਦਿਨ 3 ਜੂਨ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀ। ਹਰ ਨਗਰ ਦੇ ਵਿੱਚ, ਹਰ ਪਿੰਡ ਦੇ ਵਿੱਚ, ਇੱਥੋਂ ਤੱਕ ਕਿ ਹਰ ਦੇਸ਼ ਦੇ ਕਸਬੇ ਗਲੀਆਂ ਮੁਹੱਲਿਆਂ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਸੀ। ਉਸੇ ਤਰ੍ਹਾਂ ਹੀ ਨਗਰਪਾਲ ਦੇ ਵਿੱਚ ਪੱਤੀ ਸੱਤੀ ਕੀ ਵਿਖੇ ਸ੍ਰੀ ਅਖੰਡ ਪਾਠ ਚੱਲ ਰਹੇ ਸੀ ਜਿਨ੍ਹਾਂ ਦੇ ਭੋਗ 3 ਜੂਨ ਨੂੰ ਪੈਣੇ ਸੀ ਔਰ ਅਸੀਂ ਉਸ ਭੋਗ ਦੀ ਤਿਆਰੀ ਕਰ ਰਹੇ ਸੀ। ਠੀਕ ਕੋਈ 8:30-9 ਵਜੇ ਦਾ ਟਾਈਮ ਸੀ ਜਦੋਂ ਭਾਈ ਸ਼ਿੰਦਾ ਸਿੰਘ ਤੇ ਭਾਈ ਕਰਮ ਸਿੰਘ ਜੀ ਸਾਡੇ ਕੋਲ ਸੁਨੇਹਾ ਲੈ ਕੇ ਪਹੁੰਚੇ। ਔਰ ਜਦੋਂ ਸੁਨੇਹਾ ਸਾਨੂੰ ਮਿਲਿਆ ਬਹੁਤ ਸਾਰੇ ਨੌਜਵਾਨਾਂ ਦਾ ਖੂਨ ਖੌਲਿਆ ਔਰ ਉਹਨਾਂ ਨੇ ਰਾਏ ਕੀਤੀ ਹੈ ਕਿ ਆਪਾਂ ਹੁਣ ਸਾਰੇ ਤੇ ਜਾ ਨਹੀਂ ਸਕਦੇ, ਜਿੰਨੇ ਕੁ ਆਪਾਂ ਜਾ ਸਕਦੇ ਬਾਕੀ ਭੋਗ ਪਾਉਣ ਵਾਸਤੇ ਪਿੱਛੇ ਪ੍ਰੋਗਰਾਮ ਭੁਗਤਾਉਣ ਲਈ ਰਹਿ ਜਾਓ, ਬਾਅਦ 'ਚ ਆ ਜਾਓ। ਜਿੰਨੇ ਹੁਣ ਜਾ ਸਕਦੇ ਉਹ ਛੇਤੀ ਕਰਕੇ ਉਹਨਾਂ ਨਾਲ ਚਲੇ ਜਾਓ। ਤਕਰੀਬਨ ਕੋਈ 12 ਸਿੰਘ ਉਸ ਵਕਤ ਫਟਾਫਟ ਆਪਣੇ ਘਰਾਂ 'ਚੋਂ ਤਿਆਰ ਹੋ ਕੇ ਤੇ ਇਸ ਪਾਸੇ ਦਰਬਾਰ ਸਾਹਿਬ ਨੂੰ ਚੱਲ ਪਏ। ਔਰ ਅਸਾਂ ਕੁਛ ਪ੍ਰਸ਼ਾਦੇ ਲੈ, ਕੁਛ ਦੁੱਧ ਲਿਆ, ਉਹ ਲੈ ਕੇ ਇੱਥੋਂ ਇੱਕ ਪਿੰਡੋਂ ਟਾਂਗਾ ਕੀਤਾ ਕਿਉਂਕਿ ਉੱਥੇ ਕਰਫਿਊ ਇਸ ਪ੍ਰਕਾਰ ਦਾ ਲੱਗ ਚੁੱਕਾ ਸੀ ਕਿ ਸਾਈਕਲ ਵੀ ਨਹੀਂ ਸੀ ਸਕਦੇ ਚੱਲ ਰਿਹਾ। ਅਤੇ ਟਾਂਗਾ ਅਸੀਂ ਸਪੈਸ਼ਲ ਕਰਕੇ ਤੇ ਸ਼ਹੀਦਾਂ ਤੱਕ ਗਏ। ਬਾਬੇ ਨੌ ਸਿੰਘ ਦੀ ਸਮਾਧ ਤੱਕ ਗਾੜੀ ਜਾਣ ਨਹੀਂ ਦਿੱਤਾ ਉਹਨਾਂ ਨੇ। ਉੱਥੋਂ ਅਸੀਂ ਟਾਂਗੇ ਨੂੰ ਉਤਰ ਕੇ ਪੈਦਲ ਚੱਲ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਥਾਨ 'ਤੇ ਜਿਹੜਾ ਚਾਟੀਵਿੰਡ ਹੈ ਉਸ ਜਗ੍ਹਾ 'ਤੇ ਪਹੁੰਚੇ ਵਿਵੇਕਸਰ। ਔਰ ਉੱਥੇ ਹਾਲਾਤ ਉੱਥੇ ਵੀ ਇਹੀ ਸੀ, ਨਾ ਕੋਈ ਅੰਦਰੋਂ ਬਾਹਰ ਤੇ ਨਾ ਬਾਹਰੋਂ ਕੋਈ ਅੰਦਰ ਜਾ ਸਕਦਾ ਸੀ। ਅਸੀਂ ਉੱਥੇ ਅਟਕ ਗਏ। ਅਟਕ ਕੇ ਅਸੀਂ ਅੰਦਾਜ਼ਾ ਲਾਇਆ ਕਿ ਹੁਣ ਅੰਦਰ ਕਿਵੇਂ ਜਾਇਆ ਜਾਵੇ। ਕੁਝ ਸਿੰਘ ਜਿਹੜੇ ਉਹ ਗਲੀਆਂ ਦੇ ਭੇਤੀ ਸੀ, ਕਹਿੰਦੇ ਵੀ ਆਪਾਂ ਇਸ ਗਲੀ ਪੈ ਕੇ ਤੇ ਉੱਥੇ ਚਲੇ ਜਾਈਏ। ਅਸੀਂ ਇਹ ਗਲੀ ਵਿੱਚ ਪਏ। ਗਲੀਆਂ ਦੇ ਵਿੱਚ ਵੀ ਜਿਹੜੀ ਫੌਜ ਹੈ ਉਹ ਕੀੜੀਆਂ ਵਾਂਗੂ ਲਾਈ ਸੀ। ਅਗਲੇ ਪਾਸਿਓਂ ਜਦੋਂ ਇੱਕ ਨਾਕੇ 'ਤੇ ਅਸੀਂ ਗਏ, ਉਹਨਾਂ ਨੇ ਸਿੱਧੀ ਸਾਡੇ ਵੱਲ ਰਫਲਾਂ ਕੀਤੀਆਂ ਔਰ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਹੈ, ਪਿੱਛੇ ਵਾਪਸ ਚਲੇ ਜਾਓ ਨਹੀਂ ਤਾਂ ਗੋਲੀ ਮਾਰ ਦਿਆਂਗੇ। ਸਿੰਘਾਂ ਸਲਾਹ ਕੀਤੀ ਵੀ ਇੱਥੇ ਮਰਨ ਨਾਲੋਂ ਆਪਾਂ ਦਰਬਾਰ ਸਾਹਿਬ ਕਿਸੇ ਤਰੀਕੇ ਨਾਲ ਪਹੁੰਚੀਏ। ਅਸੀਂ ਉੱਥੋਂ ਵਾਪਸ ਆ ਕੇ ਅਜੇ ਵਾਪਸ ਆਏ ਅੱਧੇ ਘੰਟੇ ਬਾਅਦ ਕਰਫਿਊ ਖੁੱਲ੍ਹ ਗਿਆ ਹੈ। ਉਹਨਾਂ ਨੇ ਹੁਕਮ ਇਹ ਕੀਤਾ ਕਿ ਜਿੰਨੇ ਵੀ ਅੰਦਰ ਯਾਤਰੂ ਨੇ ਬਾਹਰ ਨਿਕਲ ਸਕਦੇ ਨਿਕਲ ਜਾਓ। ਜਦੋਂ ਇਹ ਹੁਕਮ ਹੋਇਆ ਅਤੇ ਅਸੀਂ ਤਾਂ ਅੰਦਰ ਜਾਣਾ ਸੀ ਔਰ ਅੰਦਰੋਂ ਇੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੂ ਬਾਹਰ ਨਿਕਲਣੇ ਸ਼ੁਰੂ ਹੋਏ। ਬਾਜ਼ਾਰ ਛੋਟਾ ਸੀ, ਸਾਨੂੰ ਅੰਦਰ ਜਾਣ ਵਾਸਤੇ ਬੜੀ ਮੁਸ਼ਕਿਲ ਆ ਰਹੀ ਸੀ, ਰਸਤਾ ਨਹੀਂ ਸੀ ਮਿਲ ਰਿਹਾ।
ਪਰ ਫਿਰ ਵੀ ਅਸੀਂ ਦਬ ਦਬਾ ਕੇ ਕਿਸੇ ਹਿਸਾਬ ਨਾਲ ਦਰਬਾਰ ਸਾਹਿਬ ਪਹੁੰਚ ਗਏ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਇਹ ਜਿੱਥੇ ਬੈਠੇ ਸੀ ਉਹਨਾਂ ਨੇ ਜਾ ਕੇ ਫਤਿਹ ਬੁਲਾਈ। ਉਹਨਾਂ ਨੇ ਕਿਹਾ ਵੀ ਆ ਗਏ? ਹਾਂ ਆ ਗਏ ਆ। ਉਹਨਾਂ ਨੇ ਕੁਝ ਮੁਸਕਰਾ ਕੇ ਵਚਨ ਕਹੇ, ਔਰ ਕਿਉਂਕਿ ਉਹਨਾਂ ਦੇ ਸਾਹਮਣੇ ਸ਼ਹੀਦੀ ਨਜ਼ਰ ਆਉਂਦੀ ਸੀ ਤੇ ਉਹ ਸਾਰਿਆਂ ਨੇ ਪ੍ਰਵਾਨ ਕੀਤੀ। ਮੁਸਕਰਾ ਕੇ ਜਿਹੜੇ ਸ਼ਬਦ ਕਹੇ ਉਹ ਕਿਹੜੇ ਜੀ? ਉਹ ਕਹਿੰਦੇ ਵੀ ਹੁਣ ਤੁਹਾਨੂੰ ਪਤਾ ਵੀ ਸਮਾਂ ਕਿਹੜਾ ਆ ਗਿਆ, ਕਿਹੜਾ ਤੁਹਾਡਾ ਆਖਰੀ ਸਮੇਂ ਤੁਸੀਂ ਆਏ ਜੇ। ਔਰ ਉਦੋਂ ਕਿਸੇ ਮਹਿਸੂਸ ਨਹੀਂ ਕੀਤਾ। ਤੇ ਸਿੰਘਾਂ ਨੇ ਇਹ ਗੱਲ ਕਹੀ ਵੀ ਜੋ ਤੁਹਾਡਾ ਹੁਕਮ ਹੈ ਗੁਰੂ ਦੀ ਖਾਤਰ ਜੋ ਵੀ ਅਸੀਂ ਕਰਨਾ ਕਰਾਂਗੇ। ਚਲੇ ਗਏ। ਉੱਥੇ ਗੱਲਾਂ ਕਰਦਿਆਂ ਭਾਈ ਸ਼ਬੇਗ ਸਿੰਘ ਜੀ ਜੋ ਫੌਜ ਦੇ ਜਰਨੈਲ ਸੀ ਉਹ ਵੀ ਪਹੁੰਚ ਗਏ। ਉਹਨਾਂ ਨੇ ਪਹਿਲਾਂ ਹੀ ਮੋਰਚੇ ਬਣਾ ਕੇ ਤੇ ਘੇਰਾਬੰਦੀ ਉਹਨਾਂ ਨੇ ਵੀ ਅੰਦਰ ਕੀਤੀ ਕਿ ਜਿਸ ਵਕਤ ਸਾਨੂੰ ਲੱਗੇ ਡਿਊਟੀ ਲਾਉਣ ਤੇ ਕਹਿੰਦੇ ਵੀ ਤੁਸੀਂ ਹੁਣ ਆਪਣੀ ਤਿਆਰੀ ਬਿਲਕੁਲ ਕਰਕੇ ਆਏ ਜੇ ਤੇ ਤੁਹਾਨੂੰ ਮੋਰਚਾ ਦਿਆਂਗੇ ਤੇ ਉੱਥੇ ਤੁਸੀਂ ਫੌਜ ਦੇ ਨਾਲ ਲੜਨਾ ਹੈ। ਕਹਿੰਦੇ 7 ਵਜੇ ਚਲੇ ਗਏ। ਸਾਡੀ ਡਿਊਟੀ ਲਾਈ ਉਹਨਾਂ ਨੇ, ਜੋ ਆਪਣੀ ਅਕਾਲ ਤਖਤ ਦੇ ਲਾਗ ਨਵੀਂ ਡੇਹੜੀ ਬਣ ਰਹੀ ਹੈ ਉਹ ਡੇਹੜੀ ਉੱਤੇ ਸਾਡੀ ਡਿਊਟੀ ਲਾਈ। ਔਰ ਅੰਦਾਜ਼ਾ ਸੀ ਕਿ 3 ਤਰੀਕ ਨੂੰ ਇਹ ਅਟੈਕ ਕਰਨਗੇ। ਅਸੀਂ ਉਸ ਹਿਸਾਬ ਨਾਲ ਅੰਦਰ ਬੈਠੇ ਰਹੇ। ਪਰ ਉਹ 3 ਤਰੀਕ ਜਿਹੜੀ ਰਾਤ ਹੈ ਨਾ, 12 ਵਜੇ ਕੋਈ ਗੱਲ ਨਹੀਂ, 1 ਵਜੇ ਵੀ, 2 ਵਜੇ ਵੀ, 3 ਵਜੇ ਵੀ, 4 ਵਜੇ ਤੱਕ ਕੋਈ ਗੱਲ ਨਹੀਂ। ਅਸੀਂ ਘੰਟਾ ਘਰ ਵੱਲੋਂ ਇਸ਼ਨਾਨ ਕਰਕੇ ਤੇ ਸੋਚਿਆ ਕਿ ਆਪਣੇ ਮਹਾਰਾਜ ਸਾਹਿਬ ਦੀ ਪਾਲਕੀ ਅੰਦਰ ਆ ਚੁੱਕੀ ਸੀ ਉਦੋਂ 4 ਵਜੇ। ਕਹਿੰਦੇ ਵੀ ਦਰਸ਼ਨ ਕਰਕੇ ਆਈਏ। ਮੈਂ ਕਿਹਾ ਵੀ ਹੁਣ ਇਸ ਤਰ੍ਹਾਂ ਨਾ ਕਰੋ, ਆਪਾਂ ਕਿਸ ਕੰਮ ਵਾਸਤੇ ਆਏ ਹਾਂ ਉੱਧਰ ਖਿਆਲ ਰੱਖੋ ਆਪਣੇ ਮੋਰਚੇ ਦੇ ਵੀ। ਕਹਿੰਦੇ ਵੀ ਦੱਸੋ। ਮੈਂ ਕਿਹਾ ਵੀ ਅੱਧੇ ਸਿੰਘ ਹੁਣ ਚਲੇ ਜਾਓ, ਅੱਧੇ ਬਾਅਦ ਚਲੇ ਜਾਓ। ਉਹ ਪਰਮਾਤਮਾ ਦਾ ਭਾਣਾ। ਉਦੋਂ ਜਿਸ ਵਕਤ ਅੱਧੇ ਸਿੰਘ ਅੰਦਰ ਚਲੇ ਗਏ, ਅਸੀਂ ਅਕਾਲ ਤਖਤ ਜਿਹੜੀ ਇਮਲੀ ਦਾ ਬੂਟਾ ਹੈ ਉੱਥੇ ਬੈਠੇ ਸੀ, ਬਾਕੀ ਦੇ ਪਿਛਲੇ 4 ਸਿੰਘ ਉੱਥੇ ਤਾਂ ਅਸੀਂ ਕਛਹਿਰੇ ਸੁਕਣੇ ਪਾਏ ਤੇ ਆਪ ਬੈਠੇ ਸੀ ਵੀ ਜਾਵਾਂਗੇ ਆਉਣਗੇ। ਤੇ ਉਹ ਜਿਸ ਵਕਤ 4:45 ਹੋਏ, ਲਾਈਟ ਬੰਦ, ਅਮਨ ਸ਼ਾਂਤੀ ਦਾ ਪਹਿਲਾਂ ਸੀ। ਸੰਗਤਾਂ ਬੜੀਆਂ ਪਰਿਕਰਮਾ 'ਚ ਸੁੱਤੀਆਂ ਪਈਆਂ ਸੀ, ਪੂਰੀ ਪਰਿਕਰਮਾ ਫੁੱਲ ਸੀ। ਸਰਾਂ ਵੀ ਸਾਰੇ ਇਲਾਕੇ ਜਿੰਨੇ ਵੀ ਸੀ ਸੰਗਤਾਂ, ਕਿਉਂਕਿ ਉਸ ਟਾਈਮ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਧਰਮ ਮੋਰਚੇ ਦੇ ਯੁੱਧ ਵਿੱਚ ਗ੍ਰਿਫਤਾਰੀ ਦੇਣ ਵਾਸਤੇ ਮਾਲਵੇ ਤੋਂ ਬੜਾ ਵੱਡਾ ਜਥਾ ਆਇਆ ਸੀ ਉਦੋਂ। ਜਿਸ ਵਕਤ 4:45 ਹੋਏ, ਇਸ ਜ਼ਾਲਮ ਹਕੂਮਤ ਦੀ ਜਿਹੜੀ ਫੌਜ ਹੈ ਉਹਦੇ ਵੱਲੋਂ ਇੱਕ ਪਹਿਲਾ ਗੋਲਾ ਆਇਆ ਹੈ ਜੋ ਅਕਾਲ ਤਖਤ ਦੀ ਸੱਜੀ ਬਾਝ ਉੱਤੇ ਆ ਕੇ ਵੱਜਾ ਹੈ। ਬਸ ਉਸ ਗੋਲਾ ਵੱਜਣ ਦੀ ਢੇਰ ਸੀ। ਫਿਰ ਦੋਹਾਂ ਪਾਸਿਆਂ ਤੋਂ ਗੋਲੀਆਂ ਦੇ ਵਿਛਾੜ ਨਾ ਫੌਜ ਨੇ ਕਸਰ ਛੱਡੀ, ਨਾ ਸਿੰਘਾਂ ਨੇ ਕਸਰ ਛੱਡੀ। ਦਿਨ ਚੜ੍ਹਿਆ ਹੈ। ਇਹ ਜਿਹੜੀ ਮੋਰਚਾਬੰਦੀ ਕੀਤੀ ਹੋਈ ਸੀ, ਸਾਡੇ ਸਿੰਘਾਂ ਦੇ ਕੁਝ ਮੋਰਚੇ ਸੀ। ਘੰਟਾ ਘਰ ਵਾਲੇ ਪਾਸੇ ਜਿਹੜਾ ਬਰਾਂਡਾ ਹੈ ਉਹਦੇ ਉੱਪਰ ਜਿਹੜੇ ਮੋਰਚੇ ਸੀ, ਉਹ ਸਾਡੇ ਮੋਰਚੇ ਜਿਹੜੇ ਸੀ ਉਹ ਏਡੇ ਸੁਰੱਖਿਅਤ ਨਹੀਂ ਸੀ, ਕਿਉਂਕਿ ਫੌਜ ਜਿੰਨੀਆਂ ਵੀ ਉੱਚੀਆਂ ਚਬਾਰਿਆਂ ਦੀ ਜਗ੍ਹਾ ਉਹਨਾਂ ਸਾਰੀਆਂ ਮੱਲੀਆਂ ਦਰਬਾਰ ਸਾਹਿਬ ਦੇ ਘੇਰੇ ਉਹ ਉਹਨਾਂ ਦੀ ਮਾਰ ਵਿੱਚ ਸੀ। ਉਹ ਪਹਿਲੇ ਦਿਨ ਹੀ ਮੋਰਚੇ ਜਿਹੜੇ ਸੀ ਉਹਨਾਂ ਨੇ ਤਬਾਹ ਕਰ ਦਿੱਤੇ, ਔਰ ਕੁਝ ਸਿੰਘ ਸ਼ਹੀਦ ਵੀ ਹੋ ਗਏ। ਜਿਹੜੇ ਸਿੰਘ ਬਚੇ ਉਹਦੇ ਥੱਲੇ ਬਰਾਂਡੇ ਆ, ਉਹ ਉਹਨਾਂ ਬਰਾਂਡੇ ਦੇ ਵਿੱਚ ਆ ਕੇ ਵੜ ਗਏ, ਕਿਉਂਕਿ ਫੌਜ ਦਾ ਜਿਹੜਾ ਜ਼ਿਆਦਾ ਜ਼ੋਰ ਸੀ ਉਹ ਅਕਾਲ ਤਖਤ ਸਾਹਿਬ 'ਤੇ ਸੀ ਵੀ ਅਕਾਲ ਤਖਤ ਸਾਹਿਬ 'ਤੇ ਪਹੁੰਚਣਾ ਹੈ। ਇਸ ਤਰ੍ਹਾਂ ਕਰਦਿਆਂ ਸਾਰਾ ਦਿਨ ਲੜਾਈ, ਬੜੀ ਗਹਿਰੀ ਲੜਾਈ ਚੱਲਦੀ ਰਹੀ। ਜਦ ਕਿ ਸਿੰਘਾਂ ਨੇ 1 ਇੰਚ ਵੀ ਫੌਜ ਨੂੰ ਅੱਗੇ ਨਹੀਂ ਵਧਣ ਦਿੱਤਾ। ਔਰ ਅੰਦਾਜ਼ਾ ਲਾਈਏ ਕਿ ਇੱਕ ਪਾਸੇ ਗਿਣਤੀ ਮਿੱਟੀ ਦੇ ਸਿੰਘ ਨੇ ਅੰਦਰ, ਜੇ ਕੋਈ 1 ਜਾਂ 2 ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀ ਜਗ੍ਹਾ 'ਤੇ ਕੋਈ ਦੂਸਰਾ ਸਿੰਘ ਆਉਣ ਨੂੰ ਤਿਆਰ ਨਹੀਂ। ਪਿੱਛੇ ਕੋਈ ਸਾਡੇ ਕੋਲ ਕੋਟਾ ਨਹੀਂ ਹੈ। ਜੇ ਕੋਈ ਗੋਲੀ ਛਿੱਕਾ ਮੁੱਕ ਜਾਂਦਾ, ਪਿੱਛੇ ਸਾਨੂੰ ਸਪਲਾਈ ਕਰਨ ਵਾਸਤੇ ਕੋਈ ਆਸ ਉਮੀਦ ਨਹੀਂ। ਪਰ ਫਿਰ ਵੀ ਇੰਨੀ ਚੜ੍ਹਦੀ ਕਲਾ ਨਾਲ ਸਿੰਘਾਂ ਨੇ ਜਕਾਰੇ ਛੱਡ ਕੇ ਹੱਲੇ ਬੋਲੇ। ਕੋਈ ਤਕਨੀਕਾਂ ਹੀ ਇਹੋ ਜਿਹੀਆਂ ਸੀ ਜਨਰਲ ਸਵੈਗ ਸਿੰਘ ਨੇ ਬਣਾ ਦਿੱਤੀਆਂ ਉੱਥੇ ਕਿ ਫੌਜ ਦੀ ਕੋਈ ਆਵਾਜ਼ ਨਹੀਂ ਜਾ ਰਹੀ। ਉਹਨੂੰ ਇਹ ਨਹੀਂ ਪਤਾ ਚੱਲਿਆ ਵੀ ਗੋਲੀ ਆ ਕਿੱਥੋਂ ਰਹੀ ਹੈ। ਜਨਰਲ ਸ਼ਵੇਗ ਸਿੰਘ ਖੁਦ ਉਹਨੇ
ਫੌਜ ਵਾਲੀ ਵਰਦੀ ਪਈ, ਜਿੱਦਾਂ ਫੌਜ ਦੀ ਵਰਦੀ ਹੁੰਦੀ ਹੈ ਰੰਗ ਦੀ, ਇਸ ਤਰ੍ਹਾਂ ਦਾ ਉਹਨੇ ਕਮੀਜ਼ ਪਜਾਮਾ ਪਾਇਆ ਸੀ। ਸਿਰ ਦੇ ਉੱਤੇ ਵੀ ਜਿਹੜੀ ਆ ਉਹ ਸਾਫਾ ਵੀ ਉਹ ਉਸ ਰੰਗ ਦਾ ਸੀ ਹਰਿਆ, ਅਤੇ ਕੋਲ ਉਹਨਾਂ ਦਾ ਸਟੇਨ ਗਨ ਸੀ। ਔਰ ਅਸੀਂ ਹੈਰਾਨ ਸਾਂ ਕਿ ਬਈ ਇੰਨੀ ਉਮਰ ਦੇ ਵਿੱਚ ਇੱਕ ਨੌਜਵਾਨ ਨਹੀਂ ਫੁਰਤੀ ਨਹੀਂ ਬਚ ਸਕਦਾ ਜਿੰਨੀ ਫੁਰਤੀ ਨਾਲ ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ ਚੱਲ ਰਿਹਾ ਸੀ। ਇਸ ਵੇਲੇ ਪੈ ਇਸ ਮੋਰਚੇ ਦੇ ਨੇ 5 ਮਿੰਟ ਦੇ ਬਾਅਦ ਉਹ ਨਾਨਕ ਵਾਸਤੇ ਨੇ, ਕਦੀ ਲੰਗਰ ਹਾਲਤੇ ਨੇ, ਕਦੀ ਘੰਟਾ ਘਰ ਵਾਲੇ ਪਾਸੇ ਨੇ। ਔਰ ਗੋਲੀ ਇੰਨੀ ਵੱਧਦੀ ਹੈ ਕਿ ਬੇਸ਼ੁਮਾਰ ਗੋਲੀ ਵੱਧਦੀ ਹੈ, ਜਾਨਵਰ ਵੀ ਉੱਡ ਕੇ ਨਹੀਂ ਸੀ ਪਾਰ ਜਾ ਸਕਦਾ। ਜਿਸ ਵਕਤ ਅਸੀਂ ਉਹਦੇ ਡੇੜੀ ਵਿੱਚ ਆਪਣੇ ਮੋਰਚੇ ਦੇ ਵਿੱਚ ਬੈਠੇ, ਉੱਥੇ ਫਿਰ ਜੋ ਗੇੜਾ ਲਾ ਕੇ ਆਏ ਉਹਨਾਂ ਨੇ ਪਲੇਨ, ਉਹਨਾਂ ਦੇ ਦਿਮਾਗ 'ਚ ਕਿਉਂਕਿ ਚੱਲਦਾ ਸੀ, ਉਹਨਾਂ ਨੇ ਕੀਤਾ ਵੀ ਇੱਕ ਉਹਨਾਂ ਦੇ ਹੱਥ ਵਿੱਚ ਥੋੜੀ ਹੈ, ਇੱਕ ਉਹਨਾਂ ਹੱਥ ਵਿੱਚ ਸੱਬਲ ਹੈ। ਜਿੱਥੇ ਆਪਣਾ ਦੀਵਾਨ ਲੱਗਦਾ ਹੈ, ਢਾਡੀ ਦੀਵਾਨ ਲਾਉਂਦੇ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਉਹਦੇ ਥੱਲੇ ਅਕਾਲ ਤਖ਼ਤ ਦੇ ਥੱਲੇ ਇੱਕ ਭੋਰਾ ਹੈ। ਉਸ ਭੋਰੇ ਦੇ ਵਿੱਚ ਉਹਦੀ ਕੰਧ 'ਚ ਬਾਹਰ ਜਿੱਥੇ ਆਪਣੀ ਗੋਲਕ ਪਈ ਹੁੰਦੀ, ਉੱਥੇ ਉਹਨਾਂ ਨੇ ਖੁਦ ਸਾਡੇ ਸਾਹਮਣੇ ਥੋੜਾ ਮਾਰ ਕੇ ਵੱਜਾ ਉਹਦੇ ਨਾਲ, ਸੱਬਲ ਦੇ ਨਾਲ ਉਹਦੇ ਵਿੱਚ ਛੋਟੀ ਮੋਰੀ ਕੀਤੀ ਹੈ। ਔਰ ਅਸੀਂ ਦੇਖ ਰਹੇ ਸੀ ਕਿ ਵੀ ਇਹਦਾ ਕੀ ਫਾਇਦਾ, ਲੇਕਿਨ ਉਹ ਜਨਰਲ ਬੜਾ ਕਰਤੱਵ ਸੀ ਉਹਨਾਂ ਦੇ ਕੋਲ, ਉਹ ਸਾਰੇ ਢੰਗ ਤਰੀਕੇ ਜਾਣਦੇ ਸੀ ਇਹ ਕਦੋਂ ਕੰਮ ਆਏਗਾ। ਔਰ ਉਹਨਾਂ ਨੇ ਉੱਥੇ ਸਾਡਾ ਭਾਈ ਜਨਰਲ ਲਾਭ ਸਿੰਘ ਜੀ ਦਾ ਨਾਮ ਹੈ, ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ, ਉੱਥੇ ਇੱਕ ਸਿੰਘ ਹੋਰ ਨਾਲ, ਉਹਨਾਂ ਦੋਵਾਂ ਦੀ ਉੱਥੇ ਡਿਊਟੀ ਲਾਈ LMG ਦੇ ਕੇ। ਜਦੋਂ 4 ਤਰੀਕ ਨੂੰ ਹਮਲਾ ਹੋਣ ਤੋਂ ਲੈ ਕੇ ਸਾਰਾ ਦਿਨ ਲੜਾਈ ਚੱਲਦੀ ਰਹੀ, ਸਾਡੇ ਕੋਲ 2 ਸਿੰਘ ਸ਼ਹੀਦ ਹੋਏ ਨੇ, ਜਿਹੜੀ ਇੱਧਰ ਆਪਣੇ ਦੁੱਖ ਭੰਜਨੀ ਬੇਰੀ ਹੈ। ਉਸ ਤੋਂ ਬਾਅਦ ਮਹਾਰਾਜ ਨੇ ਕਿਰਪਾ ਕੀਤੀ, ਹਨੇਰਾ ਹੋਇਆ, ਕਿਉਂਕਿ ਜਿਉਂ-ਜਿਉਂ ਸਮਾਂ ਬਦਲ ਜਾਂਦਾ, ਜਿਉਂ ਲੜਾਈ ਦੇ ਤਰੀਕੇ ਤੌਰ ਬਦਲ ਜਾਂਦੇ ਸੀ, ਉਸੇ ਤਰ੍ਹਾਂ ਹੀ ਇਹ ਜਰਨੈਲ ਵੀ ਚੱਲ ਰਹੇ ਸੀ। 4 ਤਰੀਕ ਨੂੰ ਹੋਰ ਕੋਈ ਹਿਲਜੁਲ ਨਹੀਂ ਹੋਈ ਜੀ? 4 ਤਰੀਕ ਨੂੰ ਕੋਈ ਹਿਲਜੁਲ ਨਹੀਂ ਹੋਈ, ਨਾ ਤਾਂ ਫੌਜ ਅੱਗੇ ਵੱਧ ਸਕੀ, ਨਾ ਪਰਿਕਰਮਾ ਵੀ ਵੱਧ ਸਕੀ, ਔਰ ਨਾ ਉਹਨਾਂ ਨੇ ਕੋਈ ਗੋਲੀਬਾਰੀ ਢਿੱਲ ਕੀਤੀ, ਨਾ ਅੰਦਰੋਂ ਕੋਈ ਢਿੱਲ ਹੋਈ। ਇੰਨਾ ਜ਼ਰੂਰ ਸੀਗਾ ਕਿ ਕਦੀ ਉਹਨਾਂ ਦਾ ਜ਼ੋਰ ਪੈ ਜਾਂਦਾ ਸੀ, ਕਦੀ ਸਿੰਘਾਂ ਦਾ ਪੈ ਜਾਂਦਾ ਸੀ। ਬੜੇ ਹਾਲਾਤ ਬਦਲੇ ਉੱਥੇ। ਉਹਨਾਂ ਦੀ ਅੰਦਰ ਆਉਣ ਦੀ ਕੋਈ ਹਿਲਜੁਲ ਨਹੀਂ ਹੋਈ, ਬਸ ਗੋਲੀਬਾਰੀ ਹੁੰਦੀ ਰਹੀ। ਬਾਹਰੋਂ ਗੋਲੇ ਉਹ ਜ਼ਰੂਰ ਮਾਰਦੇ ਰਹੇ ਨੇ, ਔਰ ਉੱਚੇ ਚਬਾਰਿਆਂ ਤੋਂ ਗੋਲੀ ਜ਼ਰੂਰ ਚਲਾਉਂਦੇ ਰਹੇ ਨੇ। ਜਿਹੜੇ ਮੈਂ ਪਹਿਲਾਂ ਦੱਸ ਚੁੱਕਾ, ਜਿਹੜੇ ਸਾਡੇ ਉਹਨਾਂ ਦੀ ਰੇਂਜ ਵਿੱਚ ਸਾਡੇ ਮੋਰਚੇ ਸੀ, ਉਹ ਉਦੋਂ ਤਬਾਹ ਹੋ ਚੁੱਕੇ ਸੀ 4 ਤਰੀਕ ਨੂੰ ਹੀ। ਬਾਕੀ ਜਿਹੜੇ ਬੱਬਰ ਸੀਗੇ, ਬੱਬਰਾਂ ਨੇ ਇੱਕ ਬਾਹੀ ਮੱਲੀ ਸੀ ਆਪਣੀ ਨਾਨਕ ਨਿਵਾਸ 'ਤੇ। ਇਹ ਨਾਨਕ ਨਿਵਾਸ 'ਤੇ ਲੜੇ, ਬੜੇ ਤਗੜੇ ਹੋ ਗਏ, ਕੋਈ ਕਸਰ ਨਹੀਂ ਛੱਡੀ ਇਹਨਾਂ ਨੇ। ਕਿਉਂਕਿ ਸਾਡੇ ਜਿਹੜੇ ਲੋਕ ਨੇ, ਸਾਡੇ ਵਿੱਚ ਪਾੜਾ ਪਾਉਣ ਵਾਸਤੇ ਕਈ ਐਸੀਆਂ ਚਾਲਾਂ ਚੱਲ ਦਿੰਦੇ ਨੇ, ਜਿਵੇਂ ਬੱਬਰਾਂ ਦੀ ਸੰਤਾਂ ਦੀ ਗੱਲ ਕਹਿ ਦਿੰਦੇ ਨੇ ਕਈ ਤਰ੍ਹਾਂ, ਉਹ ਸੀ। ਪਰ ਉਸ ਵਕਤ ਤਾਂ ਕਿਸੇ ਦੇ ਵਿੱਚ ਕੋਈ ਐਸੀ ਤੇਰ ਮੇਰ ਵਾਲੀ ਗੱਲ ਨਹੀਂ ਸੀ। ਦੋਵਾਂ ਦਾ ਨਿਸ਼ਾਨਾ ਇੱਕ ਸੀ। ਜਦੋਂ ਇਹ ਲੜਾਈ ਚੱਲਦੀ ਰਹੀ, 4 ਤਰੀਕ ਦਾ ਦਿਨ ਵੀ, ਉਦੋਂ ਵੀ ਜਦੋਂ ਸਮਾਪਤ ਹੋਇਆ, ਹਨੇਰਾ ਹੋਇਆ, ਰਾਤ ਉਹਨਾਂ ਨੇ ਬੜੇ ਯਤਨ ਕੀਤੇ, ਕਈ ਹੀਲੇ ਵਰਤੇ, ਸਾਰੀ ਰਾਤ ਵੀ ਲੰਘ ਗਈ, ਪਰ 1 ਇੰਚ ਵੀ ਉਹਨਾਂ ਦੀ ਫੌਜ ਜਿਹੜੀ ਆ ਗਲੀਆਂ 'ਚ ਇੱਕ ਪੈਰ ਪਰਿਕਰਮਾ ਵਾਲੇ ਪਾਸੇ ਨਹੀਂ ਰੱਖ ਸਕੀ। ਰਾਤ ਵੀ ਗੋਲੀ ਚੱਲਦੀ ਰਹੀ ਜੀ? ਰਾਤ ਵੀ ਪੂਰੀ ਗਹਿ ਲੜਾਈ ਉਸ ਤਰ੍ਹਾਂ ਚੱਲਦੀ ਰਹੀ। ਜਿਹੜੀ ਸੰਗਤ ਸੀ ਜੀ ਪਰਿਕਰਮਾ ਦੇ ਵਿੱਚ, ਉਹ ਜਿਹੜੇ ਸੰਗਤ ਸੀ ਪਰਿਕਰਮਾ 'ਚ, ਉਹ ਜਦੋਂ ਪਹਿਲਾ ਗੋਲਾ ਵੱਜਾ ਹੈ, ਉਹ ਸਾਰੇ ਭੱਜ ਕੇ ਸਰਾਂ ਵਾਲੇ ਪਾਸੇ ਚਲੇ ਗਏ, ਕਿਉਂਕਿ ਉਹਨਾਂ ਨੂੰ ਆਸ ਸੀ ਉੱਥੇ ਕੋਈ ਨਾ ਕੋਈ ਸਾਨੂੰ ਬਹਿਣ ਖਲੋਣ ਵਾਸਤੇ ਜਗ੍ਹਾ ਮਿਲੇਗੀ। ਪਰ ਜਗ੍ਹਾ ਉੱਥੇ ਵੀ ਨਹੀਂ ਸੀ ਏਡੀ ਖਾਲੀ ਹੈਗੀ। ਇਸ ਤਰ੍ਹਾਂ ਬਹਿ ਖਲੋ ਕੇ ਉਹਨਾਂ ਨੇ ਵਿਚਾਰਿਆਂ ਟਾਈਮ ਪਾਸ ਕੀਤਾ ਹੈ। ਔਰ ਜਦੋਂ 4 ਰਾਤ ਵੀ ਲੰਘੀ 4 ਤਰੀਕ ਦੀ, ਕੋਈ ਉਹਨਾਂ ਦੀ ਵਾਹ ਨਹੀਂ ਗਈ ਫੌਜ ਦੀ। ਦਿਨ ਚੜ੍ਹਿਆ 5 ਤਰੀਕ ਦਾ, ਫਿਰ ਉਹਨਾਂ ਨੇ ਪਿੱਛੇ ਦਿੱਲੀ ਦਵਾਈ ਪਾਈ ਹੈ ਜਨਰਲਾਂ ਨੇ ਵੀ ਇਹ ਜਿਹੜੀ ਆ ਗੱਲ, ਕਿਉਂਕਿ ਉਹ ਆਏ ਸੀਗੇ ਅਸੀਂ 2-2.5 ਘੰਟੇ ਦੇ ਵਿੱਚ ਸੰਤ ਭਿੰਡਰਾਂ ਨੂੰ ਜਾਂ ਤਾਂ ਸ਼ਹੀਦ ਕਰ ਦਿਆਂਗੇ ਜਾਂ ਫੜ ਕੇ ਤੁਹਾਡੇ ਹਵਾਲੇ ਕਰ ਦਿਆਂਗੇ। ਇਹਨਾਂ ਦੋਵਾਂ ਵਿੱਚ ਉਹਨਾਂ ਦੀ ਕੋਈ 5 ਤਰੀਕ ਤੱਕ ਕੋਈ ਗੱਲ ਬਣੀ ਨਹੀਂ।
ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਵੇਂ 5-10 ਦਿਨ ਆਇਆ ਹੈ, ਇਸ ਤਰ੍ਹਾਂ ਚੱਲਦਾ ਰਿਹਾ। ਕਿਉਂਕਿ ਜਿਹੜੇ ਅੰਦਰ ਜਿਹੜੇ ਸਿੰਘ ਸੀ, ਨਾ ਉਹਨਾਂ ਕੋਲ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ, ਨਾ ਕੋਈ ਪ੍ਰਸ਼ਾਦ ਦਾ ਪ੍ਰਬੰਧ ਹੈ। ਥੋੜ੍ਹੇ ਜਿਹੇ ਛੋਲੇ ਕੋਈ ਉੱਥੇ ਰੱਖੇ ਸੀ, ਜਿਹੜੇ ਮੁੱਠ ਖਾ ਕੇ ਸਿੰਘਾਂ ਨੇ ਗੁਜ਼ਾਰਾ ਕੀਤਾ। ਔਰ ਇੰਨੇ ਤੁਸੀਂ ਅੰਦਾਜ਼ਾ ਲਾ ਲਓ ਕਿ ਜਿੱਥੇ ਕਿਦਾ ਸਾਡੀ ਡੇਹੜੀ ਲਾਗੇ ਬਿਲਕੁਲ ਸਰੋਵਰ ਦੇ, ਅਸੀਂ ਉੱਥੋਂ ਜਾ ਕੇ ਪਾਣੀ ਦਾ ਬੁੱਕ ਭਰ ਕੇ ਸਰੋਵਰ 'ਚ ਨਹੀਂ ਸਾਂ ਪੀ ਸਕਦੇ। ਇਸ ਤਰ੍ਹਾਂ ਮੀਂਹ ਵਾਂਗ ਗੋਲੀ ਆ ਰਹੀ ਸੀ। ਇਸ ਤਰ੍ਹਾਂ ਕਰਦਾ ਕਿ ਜਦੋਂ 5-10 ਦਿਨ ਲੰਘਿਆ, ਜਦੋਂ ਪਿੱਛੋਂ ਸਾਰੇ ਫੁੱਲ ਆਰਡਰ ਦੇ ਦਿੱਤੇ ਵੀ ਹੁਣ ਜੋ ਵੀ ਤੁਹਾਡੇ ਕੋਲ ਚਾਰਾ ਚੱਲਦਾ, ਚਾਹੇ ਅੰਦਰ ਟੈਂਕ ਲੈ ਜਾਓ, ਚਾਹੇ ਕਮਾਂਡੋ ਲੈ ਜਾਓ, ਹੈਲੀਕਾਪਟਰਾਂ ਨਾਲ ਕੋਈ ਹਮਲਾ ਕਰ ਦਿਓ, ਕੁਛ ਵੀ ਕਰ ਦਿਓ। ਜਦੋਂ ਫੁੱਲ ਅਖਤਿਆਰ ਮਿਲ ਗਿਆ, ਫਿਰ ਇਹਨਾਂ ਨੇ ਹੁਣ ਕਈ ਵਾਰ ਇਹ ਵੀ ਗੱਲ ਵਿੱਚ ਆ ਜਾਂਦੀ ਹੈ ਕਿ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ, ਕਿਉਂਕਿ ਜਿਹੜਾ ਸਾਡਾ ਅਕਾਲ ਤਖ਼ਤ ਸਾਡੇ ਲਾਗੇ ਲਾਗੇ ਮੋਰਚੇ ਸੀ, ਉੱਥੇ ਇੰਨੀ ਗੜਗੜਾਹਟ ਸੀ ਗੋਲਿਆਂ ਦੀ। ਔਰ ਦੂਸਰੀ ਰਾਤ ਜਿਹੜੀ 4 ਤਰੀਕ ਦੀ ਆ, ਉਹ ਵੀ ਜਦੋਂ ਫੌਜੀ ਇਸ ਤਰ੍ਹਾਂ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਸੀ, ਨਹੀਂ ਸੀ ਚਾਰਾ ਚੱਲਦਾ। ਗੜਗੜਾਹਟ ਹੀ ਇੰਨੀ ਜਹਾਜ਼ਾਂ ਦੀ ਹੈਲੀਕਾਪਟਰਾਂ ਦੀ ਚੱਲ ਰਹੀ ਸੀ ਕਿ ਕੋਈ ਆਵਾਜ਼ ਸੁਣਾਈ ਦੇ ਨਹੀਂ ਸੀ ਰਹੀ, ਇੱਕ ਦੂਜੇ ਦੀ ਗੱਲ ਦਾ ਪਤਾ ਨਹੀਂ ਸੀ ਲੱਗਦਾ। ਉਹ ਜਿਸ ਵਕਤ 5 ਤਰੀਕ ਨੂੰ ਜੋ ਇਹਨਾਂ ਨੂੰ ਆਰਡਰ ਮਿਲ ਗਏ, ਇਹਨਾਂ ਨੇ ਫਿਰ ਕਮਾਂਡੋਆਂ ਦਾ ਪਲੇਨ ਬਣਾਇਆ ਹੈ ਕਿ ਕਮਾਂਡੋਆਂ ਨਾਲ ਹਮਲਾ ਕੀਤਾ ਜਾਵੇ ਅਤੇ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਿਆ ਜਾਵੇ। ਸਵੇਰ ਦੀ ਗੱਲ ਜੀ? ਇਹ ਨਹੀਂ, ਇਹ ਰਾਤ ਦੀ ਗੱਲ ਹੈ। ਜਦੋਂ 5 ਤਰੀਕ ਦਾ ਦਿਨ ਲੰਘ ਗਿਆ, 5 ਤਰੀਕ ਨੂੰ ਸਾਰਾ ਇਹਨਾਂ ਪਿੱਛੋਂ ਆਰਡਰ ਲੈ ਕੇ ਅਤੇ ਰਾਤ ਨੂੰ ਮੁੜ ਕੇ ਇਹਨਾਂ ਨੇ 9 ਵਜੇ ਕਮਾਂਡੋ ਅਟੈਕ ਕੀਤਾ ਹੈ। 5 ਤਰੀਕ ਨੂੰ ਵੈਸੇ ਗੋਲੀ ਚੱਲਦੀ ਰਹੀ ਹੈ? ਪੂਰੀ ਲੜਾਈ ਗਹਿ ਗੱਚ, ਉਸ ਨਾਲ ਕੋਈ ਕਿਸੇ ਕਿਸਮ ਦੀ ਢਿੱਲ ਨਹੀਂ ਆਈ, ਕਿਉਂਕਿ ਬਾਹਰਲੇ ਇਲਾਕੇ ਜੋ ਵੀ ਅਨਾਊਂਸਮੈਂਟ ਕਿਸੇ ਕੀਤੀ ਉਹਨੂੰ ਕਿਸੇ ਨੂੰ ਸੁਣ ਗਈ ਹੋਊਗੀ। ਪਰ ਜਿਹੜਾ ਅਕਾਲ ਤਖ਼ਤ ਦਾ ਸਾਡਾ ਪ੍ਰੋਗਰਾਮ ਸੀ, ਉੱਥੇ ਨਾ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਵੀ ਜਿਵੇਂ ਕਹਿੰਦੇ ਰਣਜੀਤ ਦਿਆਲ ਨੇ ਅਨਾਊਂਸਮੈਂਟ ਕੀਤੀ, ਉਹ ਅੱਜ ਇਹ ਆ ਕੋਈ ਗੱਲ ਐਸੀ ਸਾਡੇ ਕੰਨਾਂ 'ਚ ਨਹੀਂ ਪਈ। ਉਹਦੇ ਵਿੱਚ ਆਰਮੀ ਦੇ ਲੋਕ ਕਿੰਨੇ ਕੁ ਮਰਦੇ ਤੇ ਇੱਧਰ ਕਿੰਨੇ ਕੁ ਸ਼ਹੀਦ ਹੁੰਦੇ ਆ? ਇਹਦੇ ਵਿੱਚ 5 ਤਰੀਕ ਤੱਕ ਤੇ ਗੁਰੂ ਦੀ ਕਿਰਪਾ ਰਹੀ ਸੀ। ਜਿਹੜੇ ਸਿੰਘ ਸਾਡੇ ਉਹ ਗਏ ਨਾ ਮੋਰਚਿਆਂ 'ਤੇ, ਬਾਹਰਲਿਆਂ ਦੇ ਮੋਰਚਿਆਂ ਦੇ ਘੰਟੇ ਘਰ ਵਾਲੇ ਪਾਸੇ ਸ਼ਹੀਦ, ਜਾਂ ਉੱਥੇ 4 ਤਰੀਕ ਨੂੰ ਹੋ ਗਏ 2-3 ਸਿੰਘ ਸ਼ਹੀਦ ਦੁੱਖ ਭੰਜਨੀ ਬੇਰੀ ਲਾ ਗਏ। ਇੰਨੀਆਂ ਕੁ ਸ਼ਹਾਦਤਾਂ ਹੀ ਹੋਈਆਂ, ਪਰ ਉਹਨਾਂ ਦੇ ਜਿਹੜੇ ਸੀ ਉਹ ਵੱਖ-ਵੱਖ ਟਾਈਮ ਦੇ ਉੱਤੇ ਜੋ ਕਾਰੇ ਵਾਪਰੇ, ਉਹਨਾਂ ਦੇ ਵਿੱਚ ਕਿਉਂਕਿ ਮੈਂ ਜ਼ਿਆਦਾ ਵਿਸਤਾਰ 'ਚ ਨਾ ਜਾਊਂਗਾ, ਸਾਡੇ ਛੋਟੇ ਭੁਜੰਗੀ ਸੀ, ਦਮਦਮੀ ਟਕਸਾਲ ਜਿਹੜੇ ਸੰਥਿਆ ਲੈਂਦੇ ਸੀ, ਕਿਸੇ ਦੀ 10, ਕਿਸੇ ਦੀ 15, ਕਿਸੇ ਦੀ 12 ਸਾਲ ਉਮਰ ਹੈ। ਉਹ ਬੱਚੇ ਕੀ ਕਰਦੇ ਸੀ, ਉਹਨਾਂ ਸਾਡੇ ਕੋਲ ਜ਼ਰੂਰ ਹੋਰ ਐਡਾ ਵੱਡਾ ਭਾਰੀ ਅਸਲਾ ਨਹੀਂ ਕੋਈ, ਇੱਕ ਬਟਾਲਾ ਬੰਬ ਜ਼ਰੂਰ ਹੈਗਾ ਸੀ। ਉਹ ਬਟਾਲਾ ਬੰਬ ਉਹਨੂੰ ਕਹਿੰਦੇ ਹੈ ਕਿ ਗਰਾਰੀ ਟੋਕੇ ਦੀ ਹੁੰਦੀ ਹੈ ਨਾ, ਟੋਕੇ ਦੀ ਗਰਾਰੀ ਲੈ ਕੇ ਉਹਦੇ 'ਚ ਮੋਰੀਆਂ ਹੁੰਦੀਆਂ, ਉਹਦੇ 'ਚ ਬਰੂਦ ਭਰ ਕੇ ਅਤੇ ਉਹਦੇ 'ਚ ਫੀਤਾ ਲਾ ਕੇ ਅਤੇ ਉਹ ਚੱਲਦਾ ਸੀ। ਉਹ ਇੰਨਾ ਜ਼ਬਰਦਸਤ ਬੰਬ ਸੀ ਵੀ ਉਹ ਫੌਜ ਵਾਲੇ ਤਰਾਹ ਕਰ ਉੱਠਦੇ। ਉਹ ਬੱਚੇ ਕੀ ਕਰਦੇ, ਬੱਚੇ ਜਾਂਦੇ ਅਤੇ ਆਪਣਾ ਦਾ ਬਚਾ ਕੇ ਕੋਠੇ ਥਾਣੀ ਜਾ ਕੇ ਉਹ ਖਲੋਤੇ ਹੁੰਦਾ ਜੀ, ਕਿ ਉਹਨਾਂ ਦੀ ਟੋਲੀ ਉੱਥੇ ਆਪਣੀ ਗਲੀ ਬਾਜ਼ਾਰ ਦੇ ਵਿੱਚ, ਉਹ ਸਹੀ ਨਾਲ ਉਹਨੂੰ ਲਾ ਕੇ ਅਤੇ ਅੱਗ 'ਤੇ ਉਹਨੂੰ ਸੁੱਟ ਦਿੰਦੇ। ਉਹਨਾਂ ਫੌਜ ਦੇ ਜਿੰਨੇ ਜਵਾਨ ਖੜ੍ਹੇ ਹੁੰਦੇ, ਬੜੀ ਮੁਸ਼ਕਿਲ ਨਾਲ ਕੋਈ ਬਚਦਾ ਸੀ। ਔਰ ਫੌਜ ਹੈਰਾਨ ਸੀ ਵੀ ਕਮਾਲ ਦੀ ਗੱਲ ਹੈ, ਸਾਡੇ ਮੋਰਚੇ ਵੀ ਜ਼ਬਰਦਸਤ ਨੇ, ਹੈਗੇ ਵੀ ਉੱਚੀਆਂ ਥਾਵਾਂ 'ਤੇ, ਫਿਰ ਵੀ ਸਾਡੀਆਂ ਮੌਤਾਂ ਹੋ ਰਹੀਆਂ ਨੇ। ਇਸ ਤਰ੍ਹਾਂ ਕਰਦੇ ਜਦੋਂ 5 ਤਰੀਕ ਨੂੰ 9 ਵਜੇ ਰਾਤ ਦੇ ਉਹਨਾਂ ਨੇ ਪਹਿਲਾ ਅਟੈਕ ਕੀਤਾ ਕਮਾਂਡੋਆਂ ਦਾ ਘੰਟਾ ਘਰ ਵਾਲੇ ਪਾਸਿਓਂ। ਹੁਣ ਜੀ ਮੈਂ ਪਹਿਲਾਂ ਗੱਲ ਬਿਆਨ ਕਰ ਚੁੱਕਾ ਕਿ ਜਨਰਲ ਸ਼ਵੇਕ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਉਹ ਕੰਧ ਦੇ ਵਿੱਚ ਇੱਕ ਮੋਰੀ ਕੱਢੀ, ਲੂਪ ਹੋਲ ਜਿਹਨੂੰ ਕਹਿੰਦੇ ਫੌਜ ਦੇ ਵਿੱਚ, ਉਹਦੇ ਵਿੱਚ LMG ਫਿੱਟ ਕਰਵਾਈ, ਜਿਹਦੇ ਵਿੱਚ ਜਨਰਲ ਲਾਭ ਸਿੰਘ ਬੈਠਾ ਹੈ। ਹੁਣ ਉਹਦੀ ਇੰਨੀ ਕਾਰਗਰ ਹੈ ਗੋਲੀ, ਉਹਦੀ LMG ਦੀ, ਉਹ ਧਰਤੀ ਦੇ ਬਰਾਬਰ ਲੈਣਾ ਜਾਂ ਗੋਡਿਆਂ ਤੱਕ ਉਹ ਕਵਰ ਕਰਦੀ ਹੈ। ਕਿਉਂਕਿ ਆਉਣਾ ਤਾਂ ਉਹਨਾਂ ਰਸਤੇ ਹੋਣਾ ਸੀ ਕਮਾਂਡੋਆਂ ਨੇ, ਭਗਵਾਨ ਥਾਣੀ। ਉਹਨੇ ਜਦੋਂ ਕੋਸ਼ਿਸ਼ ਕੀਤੀ ਵੀ ਘੰਟਾ ਘਰ ਤੋਂ ਫਟਾਫਟ ਉਤਰ ਗਏ ਵੀ ਉੱਥੇ ਅਕਾਲ ਤਖ਼ਤ 'ਤੇ ਪਹੁੰਚਣਾ ਹੈ। ਹੁਣ ਉਹਨਾਂ ਨੂੰ ਨਹੀਂ ਸੀ ਪਤਾ ਵੀ ਇੱਥੇ ਦਰਬਾਰ ਸਾਡੇ ਬਰਾਂਡੇ ਨੇ, ਉਹਨਾਂ ਵਿੱਚ ਵੀ ਸਿੰਘ ਹੈਗੇ ਨੇ। ਜਿਹੜੇ ਉੱਪਰੋਂ ਉਤਰੇ ਸੀ ਨਾ, ਉਹ ਸਿੰਘ ਉਹਨਾਂ ਬਰਾਂਡੇ ਦੇ ਵਿੱਚ ਸੀ। ਉਹਨਾਂ ਕੋਲ ਅਸਲਾ ਚੱਲਿਆ ਨਹੀਂ ਸੀ ਕਿਤੇ, ਕਿਉਂਕਿ ਉਹਨਾਂ ਦੀ ਮਾਰ ਦੇ ਵਿੱਚ ਫੌਜ ਹੈ ਨਹੀਂ ਸੀ, ਉਹਨਾਂ ਕੋਲ ਪੂਰੇ ਦਾ ਪੂਰਾ ਕੋਲ ਹੈਗਾ ਸੀ। ਉਹਨਾਂ ਨੂੰ ਪਤਾ ਲੱਗਿਆ ਵੀ ਕਮਾਂਡੋ ਜਦੋਂ ਉਹਨਾਂ ਨੇ ਕੀਤਾ ਅਟੈਕ, ਉਹ ਫਿਰ ਕਮਾਂਡੋਆਂ ਨੂੰ ਉਹਨਾਂ ਨੇ ਸਾਂਭਿਆ ਹੈ। ਉਹਨਾਂ ਨੇ ਇੱਕ ਵੀ ਕਮਾਂਡੋ ਉੱਥੋਂ ਸੁੱਕਾ ਨਹੀਂ ਜਾਣ ਦਿੱਤਾ। ਜਿਹੜੀ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ,
ਉੱਥੋਂ ਤੱਕ ਵੀ ਨਹੀਂ ਜਾਣ ਦਿੱਤਾ ਉਹਨਾਂ ਨੂੰ। ਉੱਥੋਂ ਵਾਪਸੀ ਉੱਥੇ ਜਾਂ ਤੇ ਕੋਈ ਜ਼ਖਮੀ ਹੋ ਗਿਆ ਜਾਂ ਕੋਈ ਮਾਰਿਆ ਗਿਆ। ਉੱਥੇ ਫਿਰ ਇੰਨਾ ਰਾਤ ਨੂੰ ਚੀਕ ਝਾੜਾ ਪੈਣਾ ਸ਼ੁਰੂ ਹੋ ਗਿਆ, ਉਹਨਾਂ ਦੀਆਂ ਰੋਣ ਦੀਆਂ ਤੇ ਡਾਡਾਂ ਵੱਜਣ ਦੀਆਂ, ਇਹ ਸਾਨੂੰ ਸੁਣਾਈ ਜ਼ਰੂਰ ਦਿੰਦੀਆਂ ਸੀ। ਔਰ ਇਹ ਹਾਲਾਤ ਉੱਥੇ ਬਣ ਗਏ ਜਦੋਂ ਉਹਨਾਂ ਨੇ ਸੋਚਿਆ ਵੀ ਇਹ ਵੀ ਹੁਣ ਚਾਰਾ ਨਹੀਂ ਚੱਲ ਰਿਹਾ। ਕੋਈ ਅੰਦਾਜ਼ਾ ਹੈ ਵੀ ਕਿੰਨੇ ਕੀ ਗਿਣਤੀ ਸੀ ਕਮਾਂਡੋ ਦੀ? ਜੀ ਉੱਥੇ ਕੋਈ ਨਹੀਂ, ਸਾਨੂੰ ਤਾਂ ਉੱਥੇ ਢੇਰੀਆਂ ਜਿਹੀਆਂ ਲੱਗੀਆਂ ਦੀਦੀਆਂ ਸੀਗੀਆਂ ਉਹਦੇ ਵਿੱਚ। ਰਾਤ ਦਾ ਹਨੇਰਾ ਸੀ ਪਰਿਕਰਮਾ ਦੇ ਵਿੱਚ, ਬਾਈ ਇਹਨੇ ਗਿਣਤੀ ਕੋਈ ਨਹੀਂ ਪਈ ਕਿ ਉਹਦੇ ਵਿੱਚ 50 ਜਾਂ 100 ਜਾਂ 40 ਆ। ਇੰਨੀਆਂ ਕਿ ਢੇਰੀਆਂ ਜ਼ਰੂਰ ਦੀਦੀਆਂ ਸੀ ਲੱਗੀਆਂ ਵੀ ਡਿੱਗੇ। ਕੋਈ ਤਾਂ ਜਦੋਂ ਅੱਗ ਲੱਗਦੀ ਸੀ ਪਰਿਕਰਮਾ ਦੇ ਵਿੱਚੋਂ ਸਰੋਜ ਛਾਲ ਵੀ ਮਾਰਦੇ ਸੀਗੇ ਜਿਹੜੇ ਘੱਟ ਜ਼ਖਮੀ ਸੀ। ਤੇ ਜਦੋਂ ਇਹ ਪਹਿਲਾ ਅਟੈਕ ਉਹਨਾਂ ਜਿਹੜਾ ਇਹ ਬਿਲਕੁਲ ਫੇਲ ਹੋ ਚੁੱਕਾ ਹੈ, ਫਿਰ ਉਹਨਾਂ ਨੇ ਪਲੇਨ ਬਣਾ ਕੇ ਦੂਸਰਾ ਅਟੈਕ ਕਮਾਂਡੋ ਦਾ ਕਰਾਇਆ ਰਾਤ ਦੇ 12-1 ਵਜੇ ਨਾਲ। ਉਹ ਜਿਹੜੇ ਫਿਰ ਸਿੰਘ ਅੰਦਰ ਸੀ ਉਹਨਾਂ ਨੇ ਇਹੋ ਚਾਰਾ ਕੀਤਾ। ਇਹਨਾਂ ਨੇ ਪੂਰਾ ਜੋ ਉਹਨਾਂ ਥੋੜ੍ਹਾ ਜਿਹਾ ਪਤਾ ਲੱਗ ਗਿਆ ਵੀ ਹੁਣ ਇਹਦੇ ਵਿੱਚ ਸਿੰਘ ਨੇ ਅੰਦਰਾਂ ਦੇ ਵਿੱਚ, ਉਹਨਾਂ ਨੇ ਕੀਤਾ ਵੀ ਉਹਨਾਂ ਨੇ ਜਿਹੜੇ ਉਹਨਾਂ ਕੋਲ ਗਰਨੇਡ ਸੀ ਉਹਨਾਂ ਗਰਨੇਡ ਲਾਏ। ਉਹਨਾਂ ਨੂੰ ਪਤਾ ਲੱਗਿਆ ਵੀ ਅੰਦਰਾਂ ਉਹਨਾਂ ਅੰਦਰਾਂ ਵੀ ਗਰਨੇਡ ਛੁੱਟਣੇ ਸ਼ੁਰੂ ਕਰ ਦਿੱਤੇ। ਉਹ ਗਰਨੇਡ ਇੱਕ ਐਸੀ ਚੀਜ਼ ਹੈ, ਉਹ 9 ਗਜ ਐ ਪਾਸੇ ਤਕਰੀਬਨ ਚਾਰੇ ਪਾਸੇ 9-9 ਗਜ ਦੇ ਵਿੱਚ ਉਹ ਕੋਈ ਚੀਜ਼ ਛੱਡਦਾ ਨਹੀਂ। ਉਹਨਾਂ ਨੇ ਜੋ ਗਰਨੇਡ ਸੁੱਟੇ ਉਹ ਫਿਰ ਕੁਛ ਜਿਹੜੇ ਅੰਦਰ ਸੀ ਉਹਨਾਂ ਸ਼ਹੀਦ ਹੋਣਾ ਸੀ। ਉਹ ਜਿਸ ਵਕਤ ਉਹਨਾਂ ਨੇ ਪੂਰਾ ਟੇਲ ਲਾਇਆ, ਜੇ ਉਹਨਾਂ ਨੇ ਅੰਦਰੋਂ ਵੀ ਪੂਰੀ ਕਾਰਵਾਈ ਕੀਤੀ ਪਰ ਬੜੀ ਮੁਸ਼ਕਿਲ ਦੇ ਨਾਲ ਉਹਦੇ ਵਿੱਚੋਂ ਜਿਹੜੇ ਬਚੇ ਸੀ ਨਾ ਥੋੜ੍ਹੇ ਬਹੁਤੇ, ਉਹ ਬਾਬਾ ਬੁੱਢਾ ਸਾਹਿਬ ਦੀ ਬੇਰ ਤੱਕ ਪਹੁੰਚ ਗਏ। ਪਰ ਅੱਗੇ ਜਾਣ ਦਾ ਉਹਨਾਂ ਦਾ ਕੋਈ ਚਾਰਾ ਨਹੀਂ। ਉਹਨਾਂ ਨੇ ਕੀਤਾ ਵੀ ਜਦੋਂ ਇਹ ਸਾਰੀ ਇਹ ਵੀ ਕਾਰਵਾਈ ਦੂਸਰੀ ਫੇਲ ਹੋ ਗਈ, ਫਿਰ ਉਹਨਾਂ ਨੇ ਇਹ ਕੀਤਾ ਵੀ ਹੁਣ ਤੀਸਰਾ ਅਟੈਕ ਦੇ ਵਿੱਚ ਆਖਰੀ ਜਦੋਂ ਸਵੇਰੇ ਦਾ ਟਾਈਮ ਅੰਮ੍ਰਿਤ ਵੇਲਾ ਹੋ ਗਿਆ, ਦਿਨ ਚੜ੍ਹਨ ਵਾਲਾ ਸੀ। ਹੁਣ ਸਾਡੇ ਕੋਲ ਘੜੀਆਂ ਤਾਂ ਹੈ ਨਹੀਂ ਸੀ ਉਦੋਂ, ਕੀ ਟਾਈਮ ਵੇਖੀਏ। ਜਦੋਂ ਉਹਨਾਂ ਤੀਸਰਾ ਅਟੈਕ ਕੀਤਾ ਹੈ ਨਾ, ਕਿਉਂਕਿ ਉਹਦੇ ਆਪਣੇ ਬਰਾਂਡੇ ਵਿੱਚ ਸਿੰਘ ਸੀ ਉਹ ਸਾਰੇ ਸ਼ਹੀਦ ਹੋ ਚੁੱਕੇ ਸੀ। ਉਹਨਾਂ ਸ਼ਹੀਦ ਹੋਣ ਦੇ ਨਾਲ ਉਹਨਾਂ ਨੂੰ ਬਿਲਕੁਲ ਰਸਤਾ ਖਾਲੀ ਮਿਲ ਗਿਆ। ਜਦੋਂ ਉੱਥੋਂ ਤੀਕ ਪਹੁੰਚੇ ਦੂਸਰੇ ਹੱਲੇ 'ਚ ਤੇ ਤੀਸਰਾ ਜਦੋਂ ਕੀਤਾ, ਉਹਨਾਂ ਨੂੰ ਮੌਕਾ ਮਿਲ ਗਿਆ ਜਿੱਥੇ ਛਬੀਲ ਲੱਗਦੀ ਉਹ ਗੁੜ ਤੋਂ ਗਾਂਹ ਤੱਕ ਪਹੁੰਚਣ ਦਾ। ਉੱਥੋਂ ਫਿਰ ਕੀ ਹੋਇਆ ਵੀ ਉਹ ਜਿਹੜੀ LMG ਲਾਈ ਸੀ ਨਾ ਉੱਥੇ ਅਕਾਲ ਤਖ਼ਤ ਦੇ ਵਿੱਚ ਥੱਲੇ, ਉੱਥੋਂ ਫਿਰ ਜਿਵੇਂ ਉਹਦੇ ਬਰੈਸਟ ਆਏ, ਜਿੱਥੇ ਇੱਕ ਸਾਡਾ ਮੋਰਚਾ ਸੀ ਉੱਥੋਂ ਆਏ, ਇੱਕ ਜਿਹੜੇ ਆਪਣੇ ਸਾਡੇ ਉੱਤੇ ਮੋਰਚਾ ਸੀਗਾ ਉਹਦੇ ਵਿੱਚ, ਜਿਹਦੇ ਵਿੱਚ ਕੁਲਬੀਰ ਸਿੰਘ ਗੰਡੀਵਿੰਡ, ਜਸਵੰਤ ਸਿੰਘ ਖਾਰੜਾ, ਮਹਾਂਕਾਲ ਬਾਬਾ ਮਹਾਂਕਾਲ ਮੁੰਡੇ ਪਿੰਡੀਆ, ਔਰ ਕਾਫੀ ਉੱਥੇ 9 ਸਿੰਘਾਂ ਦੀ ਗਿਣਤੀ ਸੀ। ਉਹਨਾਂ ਕੋਲ ਵੀ LMG ਸੀ। ਜਿਹੜਾ ਅਕਾਲ ਤਖ਼ਤ ਦੇ ਸਿੰਘ ਸੀ ਉਹਨਾਂ ਕੋਲ ਵੀ। ਉੱਥੋਂ ਜਦੋਂ ਸਾਰਾ ਇੰਨਾ ਫੈਰ ਉੱਥੋਂ ਆਉਣਾ ਹੋਇਆ, ਜਿਹੜੀ ਇਹ ਤੀਸਰਾ ਹੱਲਾ ਸੀ ਉਹਨਾਂ ਦੀ ਵੀ ਕੋਈ ਜ਼ਰੂਰਤ ਨਹੀਂ, ਹਿੰਮਤ ਨਹੀਂ ਪਈ ਕੋਈ ਬਚ ਕੇ ਕੋਈ ਨਿਸ਼ਾਨ ਸਾਹਿਬ ਤੱਕ ਪਹੁੰਚ ਜੇ। ਕੇਵਲ ਗਿਣਤੀ ਦੇ 2 ਜਾਂ 3 ਇੰਨੇ ਕੁ ਮੁੰਡੇ ਬਚੇ ਉਹਨਾਂ ਤੋਂ, ਕਿਸ ਤਰ੍ਹਾਂ ਲੁਕ ਛਿਪ ਕੇ ਲਾਗੂ ਲਾ ਕੇ ਸੰਭਲਿਆ ਦੇ। ਉਹਨਾਂ ਨੇ ਯਤਨ ਕੀਤਾ ਵੀ ਤਾਂ ਚੜ੍ਹੀਏ, ਪਰ ਉਹ 2-3 ਜਾ ਕੇ ਕੁਛ ਕਰ ਨਹੀਂ ਸੀ ਸਕਦੇ। ਉਹ ਵੀ ਸਿੰਘਾਂ ਨੇ ਪੌੜੀਆਂ ਚੜ੍ਹਨ ਲੱਗੇ, ਜਦੋਂ ਪ੍ਰਸ਼ਾਦ ਲੈ ਕੇ ਥੱਲੇ ਆਉਂਦੇ ਆ, ਜਦੋਂ ਉਹ ਚੜ੍ਹਨ ਲੱਗੇ ਉਹਨਾਂ ਨੂੰ ਉੱਥੇ ਏੜ ਦਿੱਤਾ ਹੈ। ਸੋ ਇਹ 5 ਤਰੀਕ ਦਾ ਜਿਹੜੇ ਵਾਰਦਾਤ ਸਾਰੀ ਹੋਈ ਹੈ, ਕਿਉਂਕਿ ਕਈ ਗੱਲਾਂ ਇਹਦੇ ਵਿੱਚ ਐਸੀਆਂ ਦੱਸੀਆਂ ਗਈਆਂ, ਜਿਵੇਂ ਬਰਾੜ ਲਿਖਦਾ ਹੈ ਕਿ ਅਸੀਂ ਸੁਰੰਗ ਪੁੱਟੀ, ਅਸੀਂ ਇੱਥੇ 1700 ਫੌਜੀ ਲਾਇਆ, ਅਸੀਂ 2200 ਲਾਇਆ। ਇਹ ਸਭ ਉਹਦਾ ਝੂਠ ਹੈ। ਲੇਕਿਨ ਉਹਦੇ ਵਿੱਚ ਕੁਛ ਐਸੀਆਂ ਗੱਲਾਂ ਉਹ ਲਿਖ ਵੀ ਗਿਆ ਕਿ ਜਿਹੜੀਆਂ ਸਾਡੇ ਪੱਖ ਜਾਂਦੀਆਂ, ਸੰਤਾਂ ਦੇ ਪੱਖ 'ਚ ਵੀ ਜਾਂਦੀਆਂ। ਉਹ ਮੰਨ ਗਿਆ ਵੀ ਉਹਨਾਂ ਨੇ ਅੱਗੋਂ ਸਾਡੇ ਨਾਲ ਮੁਕਾਬਲਾ ਇਸ ਤਰੀਕੇ ਨਾਲ ਕੀਤਾ ਕਿ ਸਾਡੀ ਫੌਜ ਦੀ ਕੋਈ ਵਾਹ ਨਹੀਂ ਗਈ। ਔਰ ਇਸ ਤਰ੍ਹਾਂ ਕਰਦਿਆਂ ਜਦੋਂ ਦਿਨ ਚੜ੍ਹਿਆ ਹੈ 6 ਜੂਨ ਦਾ, ਉਸ ਵਕਤ ਇਹ ਜਦੋਂ ਮੈਂ ਦੱਸਾਂ ਨਾਲ ਉਹ ਗੱਲ ਵੀ ਕਿ ਜਦੋਂ ਦੂਸਰਾ ਹਮਲਾ ਹੋਇਆ ਹੈ, ਉਹਨਾਂ ਨਾਲ ਹੀ ਟੈਂਕ ਅੰਦਰ ਵਾੜੇ ਹੈ। ਆਪਣੀ ਜਿਹੜੀ ਸਰਾਂ ਹੈ ਉਸ ਪਾਸਿਓਂ ਅੰਦਰ ਵਾੜੇ ਟੈਂਕ। ਉਹਨਾਂ ਦੇ ਨਾਲ ਜਦੋਂ ਕੋਈ ਮੁਕਾਬਲਾ ਨਹੀਂ ਸੀ ਸਿੰਘਾਂ ਦਾ, ਉਹ ਜਦੋਂ ਟੈਂਕ ਵੜੇ ਤੇ ਉਹਨਾਂ ਨੇ ਫਿਰ ਆਪਣੀ ਵਾਹ ਲਾਈ। ਉਹਨਾਂ ਨੇ ਆਉਣਾ ਸੀ ਬਾਬਾ ਦੀਪ ਸਿੰਘ ਦੀ ਜਗ੍ਹਾ ਥਾਣੀ ਹੋ ਕੇ ਤੇ ਅੰਦਰ ਨੂੰ, ਕਿਉਂਕਿ ਸਾਰਾ ਜ਼ੋਰ ਅਕਾਲ ਤਖ਼ਤ ਸਾਹਿਬ 'ਤੇ ਸੀ।
ਕੁਝ ਸਿੰਘ ਹੈਗੇ ਸੀ ਆਪਣੇ ਦਰਬਾਰ ਸਾਹਿਬ ਦੇ ਅੰਦਰ ਵੀ, ਜਿਵੇਂ ਗਿਆਨੀ ਮੋਹਨ ਸਿੰਘ ਜੀ, ਗਿਆਨੀ ਪੂਰਨ ਸਿੰਘ ਜੀ, ਇੱਕ ਸਾਡੇ ਟਕਸਾਲ ਦੇ ਸਿੰਘ ਵੀ ਬਾਬਾ ਰੱਬ ਜੀ, ਜਿਹਦਾ ਨਾਮ ਸੰਤੋਖ ਸਿੰਘ ਹੈ, ਸੰਤ ਜੀ ਉਹਨੂੰ ਰੱਬ ਹੀ ਕਹਿੰਦੇ ਹੁੰਦੇ ਸੀ। ਉਹ ਉੱਥੇ ਕੀਰਤਨ ਕਰਦੇ ਨੇ, ਡਿਊਟੀ ਨਿਭਾਉਂਦੇ ਸੀ। ਔਰ ਕਾਫੀ ਸਿੰਘਾਂ ਦੀ ਗਿਣਤੀ ਦਰਬਾਰ ਸਾਹਿਬ ਦੇ ਅੰਦਰ ਵੀ ਹੈਗੀ ਸੀ, ਕਿਉਂਕਿ ਕੁਛ ਸਿੰਘਾਂ ਨੂੰ ਉੱਥੇ ਵੀ ਅੰਦਰੋਂ ਗੋਲੀਆਂ ਵੱਜੀਆਂ। ਅਤੇ ਜਦੋਂ ਇਹ ਰਾਤ ਦਾ ਵਾਕਿਆ ਚੱਲਿਆ ਇਸ ਤਰ੍ਹਾਂ, ਨਾਲ ਟੈਂਕ, ਨਾਲ ਕਮਾਂਡੋ, ਔਰ ਉੱਥੇ ਫਿਰ ਪ੍ਰਮਾਤਮਾ ਜਾਣਦਾ ਹੈ ਕਿ ਕੀ ਹਾਲਾਤ ਸੀ। ਇਹਨਾਂ ਜ਼ਾਲਮਾਂ ਨੇ ਸਿੰਘਾਂ ਦੀ ਆਮੋ ਸਾਹਮਣੇ ਲੜਾਈ ਜਿਹਦੇ ਨਾਲ ਹੋ ਰਹੀ ਹੈ ਤਾਂ ਵੱਖਰੀ ਗੱਲ ਹੈ, ਦੁਸ਼ਮਣ ਨੂੰ ਦੁਸ਼ਮਣ ਮਾਰ ਰਿਹਾ ਵੱਖਰੀ ਗੱਲ ਹੈ, ਲੇਕਿਨ ਜੋ ਇਹਨਾਂ ਨੇ ਜ਼ੁਲਮ ਢਾਏ ਸਰਾਂ ਦੇ ਵਿੱਚ ਅੰਦਰ ਵੜ ਕੇ, ਜਦੋਂ ਟੈਂਕ ਆ ਗਏ 6 ਤਰੀਕ ਨੂੰ, ਕਿਉਂਕਿ ਜੱਸਾ ਗਿਆ ਆਪਣਾ ਜਾਣਾ ਸੀ ਉੱਥੇ ਉਸ ਦਿਨ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੀ ਉੱਥੇ ਦਰਸ਼ਨ ਮੇਲੇ ਕਰਨ ਆਈਆਂ ਸੀ। ਪਰ ਕਮਰਾਂ ਦੇ ਵਿੱਚ ਇਹਨਾਂ ਨੇ ਬਹੁਤ ਨਜਾਇਜ਼ ਕਤਲੇਆਮ ਕੀਤੇ, ਇੱਥੋਂ ਤੱਕ ਕਿ ਦੁੱਧ ਚੁੰਘਿਆਂ ਬੱਚਿਆਂ ਨੂੰ ਨਹੀਂ ਮਾਫ਼ ਕੀਤਾ। ਕੋਈ ਇੱਦਾਂ ਦਾ ਦੇਖਿਆ ਜੀ ਆਪਣੀਆਂ ਅੱਖਾਂ ਸਾਹਮਣੇ? ਸਾਡੇ ਕੋਲ ਆਮਣੇ ਸਾਹਮਣੇ, ਕਿਉਂਕਿ ਸਾਡਾ ਮੋਰਚਾ ਸੀਗਾ ਇੱਥੇ ਅਕਾਲ ਤਖ਼ਤ ਦੇ ਲਾਗੇ ਡੇਹੜੀ ਦੇ ਨਾਲ ਵਿੱਚ, ਔਰ ਇੱਥੋਂ ਜੋ ਕੁਛ ਸਾਨੂੰ ਦਿਖਾਈ ਦਿੰਦਾ ਅਸੀਂ ਉਹ ਬਿਆਨ ਕਰ ਸਕਦੇ ਹਾਂ। ਜੇ ਕੋਈ ਕਹੇ ਵੀ ਜੋ ਸਰਾਂ ਦੇ ਵਿੱਚ ਵਾਪਰਿਆ ਹੈ ਉਹ ਮੈਂ ਦੱਸ ਦਿਆਂ, ਉਹ ਮੈਂ ਨਹੀਂ ਦੱਸ ਸਕਦਾ। ਜੋ ਸਾਡੇ ਲਾਗੇ ਵਾਪਰਿਆ ਹੈ ਉਹ ਸਰਾਂ ਵਾਲਿਆਂ ਨੂੰ ਦੱਸ ਸਕਦਾ ਵੀ ਇੱਥੇ ਕੀ ਵਾਪਰਿਆ ਹੈ, ਕਿਉਂਕਿ ਇਹ ਸਾਰੀਆਂ ਗੱਲਾਂ ਸਾਡੇ ਕੋਲ ਬਾਅਦ 'ਚ ਆਈਆਂ ਨੇ। ਕਿੱਥੇ ਕਿੱਥੇ ਉਹ ਸਾਰੇ ਬਾਰੇ ਅਸੀਂ ਜਾਣ ਨੂੰ ਆ ਵੈਸੇ ਹੁਣ, ਕਿਉਂਕਿ ਜੇ ਸਾਡੇ ਸਿੰਘ ਸੀ ਜਦੋਂ ਅਸੀਂ ਸਾਡੇ ਫੜੇ ਗਏ ਹਾਂ, ਉਹ ਸਾਰੇ ਅਸੀਂ ਜੋਧਪੁਰ ਜੇਲ੍ਹ ਵਿੱਚ ਗਏ। ਉਹ ਵੱਖ-ਵੱਖ, ਕੋਈ ਨਾਨਕ ਨਿਵਾਸ ਵਾਲੇ ਪਾਸੇ ਸੀ, ਕੋਈ ਸਰਾਂ ਦੇ ਵਿੱਚ ਸੀ, ਕੋਈ ਲੰਗਰ ਹਾਲ 'ਤੇ ਸੀ। ਕਿਉਂਕਿ ਜਿਵੇਂ ਕੋਈ 25-30 ਸਿੰਘ ਜਿਹੜੇ ਨਾ ਹਜ਼ੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਆਏ ਸੀ, ਉਹਨਾਂ ਨੇ ਗੁਰੂ ਮਹਾਰਾਜ ਦਾ ਪ੍ਰਣ ਕੀਤਾ ਸੀ ਉਹਦੇ ਵਿੱਚ ਹਾਜ਼ੂਰੀ 'ਚ ਕਿ ਅਸੀਂ ਸ਼ਹਾਦਤਾਂ ਪਾਵਾਂਗੇ, ਔਰ ਕੀਤਾ ਵੀ ਉਹਨਾਂ ਨੇ ਇੱਦਾਂ ਹੈ। ਉਹਨਾਂ ਦੇ ਵਿੱਚ ਇੱਕ ਫੌਜੀ ਸੀ, ਮੈਨੂੰ ਉਹਦਾ ਨਾਮ ਵਿਸਰ ਗਿਆ ਹੈ, ਉਹਦੇ ਕੋਲ LM ਜੀ ਸੀ। ਬੜੀ ਚੜ੍ਹਦੀ ਕਲਾ ਨਾਲ ਉੱਥੇ ਉਹਨਾਂ ਨੇ ਮੋਰਚਾ ਸੰਭਾਲਿਆ, ਔਰ ਉੱਥੇ ਉਹਨਾਂ ਨੇ ਫੌਜ ਨੂੰ ਅੱਗੇ ਕਦਮ ਨਹੀਂ ਵਧਣ ਦਿੱਤਾ, ਜਿਹਦੇ ਵਿੱਚ ਇੱਕ ਭਗਵਾਨ ਸਿੰਘ ਵੀ ਸੀ, ਇੱਕ ਬਾਬਾ ਸ਼ਹੀਦ ਸੀ ਸਾਡੇ ਨਾਲ। ਐਸੇ ਸਿੰਘਾਂ ਨੇ ਜਿਹੜੇ ਉੱਥੇ ਜ਼ੋਰ ਵਿਖਾਏ, ਉਹ ਸਾਨੂੰ ਜੋ ਅਸੀਂ ਪੜ੍ਹਦੇ ਜਾਂ ਸੁਣਦੇ ਹਾਂ, ਚਮਕੌਰ ਦੀ ਗੜ੍ਹ ਦਾ ਸਾਕਾ ਜਾਂ ਅਨੰਦਪੁਰ ਸਾਹਿਬ ਦਾ ਸਾਕਾ, ਇਹ ਸਾਰੇ ਸਾਡੀ ਅੱਖਾਂ ਸਾਹਮਣੇ ਸੀਨ ਆ ਜਾਂਦੇ ਸੀ ਉਦੋਂ, ਵੀ ਵਾਕਿਆ ਹੀ ਉਸ ਟਾਈਮ ਦੇ ਸਿੰਘਾਂ ਨੇ ਜਾਂ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਕੀਤਾ। ਅਤੇ ਅੱਜ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਲੇ ਦੀ ਅਗਵਾਈ ਹੇਠ ਜੋ ਵੀ ਸਿੰਘਾਂ ਨੇ ਕੀਤਾ ਹੈ, ਇਹ ਸਭ ਕੁਛ ਉਹਨਾਂ ਦੀ ਬਦੌਲਤ ਹੀ ਹੈ। ਔਰ ਅਸੀਂ ਜੇ ਇਹਨਾਂ ਗੱਲਾਂ ਨੂੰ ਵਿਚਾਰੀਏ ਤਾਂ ਗੱਲ ਬੜੀ ਦੂਰ ਜਾਂਦੀ ਹੈ। ਉਹਦੇ ਵਿੱਚ ਇਹੋ ਜਿਹੇ ਸਮੇਂ ਆਏ ਜਿਹੜੇ ਸਾਨੂੰ ਗੱਲਾਂ ਦਾ ਬਾਅਦ ਪਤਾ ਲੱਗਾ ਹੈ। ਉਸ ਵਿੱਚ ਅਕਾਲੀ ਦਲ ਵਾਲਿਆਂ ਦਾ ਕੀ ਰੋਲ ਸੀ, ਜਿਵੇਂ ਉੱਥੇ ਟੌੜਾ ਹਾਜ਼ਰ ਸੀ, ਸੰਤ ਲੌਂਗੋਵਾਲ ਹਾਜ਼ਰ ਸੀ, ਬੁਲਵੰਤ ਸਿੰਘ ਰਾਮੂਵਾਲੀਆ ਹਾਜ਼ਰ ਸੀ, ਬੁਲਵੰਤ ਸਿੰਘ ਲੱਡੂ ਹਾਜ਼ਰ ਸੀ, ਜਾਂ ਹੋਰ ਸਿੰਘ ਇਹਦੇ ਅਕਾਲੀ ਦਲ ਦੇ, ਔਰ ਉਹਨਾਂ ਨੇ ਉੱਥੇ ਕੀ ਰੋਲ ਨਿਭਾਇਆ ਇਹ ਸਾਰੇ ਆਪਾਂ ਜਾਣਦੇ ਹਾਂ। ਔਰ ਜਿੰਨੇ ਆਪਣੇ ਫੈਡਰੇਸ਼ਨ ਦੇ ਨੌਜਵਾਨ ਸੀ, ਇਹਨਾਂ ਨੇ ਜਿੱਥੇ ਤੱਕ ਆਪਣੇ ਮੋਰਚੇ ਮੱਲੇ ਸੀ, ਜਿੰਨੀ ਇਹਨਾਂ ਕੋਲ ਵਾਹ ਲੱਗੀ ਇਹਨਾਂ ਨੇ ਵੀ ਲਾਈ। ਬੱਬਰਾਂ ਦੀ ਇੱਕ ਕਹਾਣੀ ਬਾਅਦ ਵਿੱਚ ਪਤਾ ਲੱਗਾ ਹੈ, ਕਿਉਂਕਿ ਮੈਂ ਪਹਿਲਾਂ ਬਿਆਨ ਕਰ ਚੁੱਕਾ ਕਿ ਜੋ ਨਾਨਕ ਨਿਵਾਸ ਦਾ ਵਾਪਰਿਆ ਉਹ ਅਸੀਂ ਨਹੀਂ, ਅਸੀਂ ਦੇਖ ਰਹੇ। ਜੋ ਨਾਨਕ ਨਿਵਾਸ ਵਾਲੇ ਸਾਨੂੰ ਨਹੀਂ ਵੇਖ ਕੇ ਦੱਸ ਸਕਦੇ ਵੀ ਉੱਥੇ ਕੀ ਹੋ ਰਿਹਾ ਹੈ। ਇਹ ਜ਼ਰੂਰ ਗੱਲ 5 ਤਰੀਕ ਨੂੰ ਸਿੰਘ ਸਾਡੇ ਤੱਕ ਜ਼ਰੂਰ ਲੰਘੇ ਨੇ ਬੱਬਰਾਂ ਦੇ, ਕਿਉਂਕਿ ਉਹਨਾਂ ਕੋਲੋਂ ਅਸਲਾ ਮੁੱਕ ਚੁੱਕਾ ਸੀ, ਅਤੇ ਉਹ ਇੱਥੋਂ ਸੰਤਾਂ ਕੋਲੋਂ ਅਸਲਾ ਲੈ ਕੇ ਗਏ ਵੀ। ਔਰ ਉਹਨਾਂ ਦੀ ਇਹ ਵੀ ਗੱਲ ਸੁਣਨ ਵਿੱਚ ਆਈ ਕਿ ਉਹਨਾਂ ਨੇ ਕੀਤਾ ਵੀ ਉੱਤੋਂ ਉਤਰ ਕੇ ਨਾ ਮੋਰਚਿਆਂ ਦੇ ਵਿੱਚੋਂ ਜਦੋਂ ਬਾਜ਼ਾਰ 'ਚ ਦੇਖਿਆ ਵੀ ਫੌਜੀਆਂ ਦੀ ਟੁਕੜੀ ਖਲੋਤੀ ਹੈ, ਉਹ ਥੱਲੇ ਜਾ ਕੇ ਸਿੱਧੇ ਉਹਨਾਂ ਨੂੰ ਸਿੱਧੇ ਹੋ ਗਏ, ਔਰ ਉਹਨਾਂ ਦੇ ਹੱਥ ਖੜੇ ਕਰਵਾ ਕੇ ਅਤੇ ਉਹਨਾਂ ਨੂੰ ਆਪਣੇ ਨਾਲ ਹੀ ਲੈ ਆਏ ਅੰਦਰ, ਉਹਨਾਂ ਉੱਤੇ ਚੜ੍ਹਾ ਕੇ ਅਤੇ ਉਹਨਾਂ ਕੋਲ ਫਿਰ ਉਧਰ ਫੌਜ ਵਾਲ ਨੂੰ ਫਾਇਰ ਕਰਵਾਇਆ ਹੈ। ਇਹੋ ਜਿਹੀਆਂ ਸਿੰਘਾਂ ਨੇ ਕਰਤੱਵ ਵੀ ਕੀਤੇ ਨੇ। ਜਿਵੇਂ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਛੋਟੇ ਛੋਟੇ ਬੱਚਿਆਂ ਨੇ ਵੀ ਜਿੰਨੀ ਉਹਨਾਂ ਦੀ ਵਾਹ ਲੱਗੀ, ਉਹਨਾਂ ਨੇ ਵੀ ਆਪਣਾ ਰੋਲ ਨਿਭਾਇਆ ਹੈ। ਇਸ ਤਰ੍ਹਾਂ ਜਦੋਂ
ਆਖਰੀ ਸਮਾਂ ਆਇਆ 6 ਤਰੀਕ ਦਾ। 6 ਤਰੀਕ ਦਾ ਸਮਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਮੇਰੇ ਮਨ 'ਚ ਆ ਰਹੀ ਹੈ ਕਿ ਜਿੱਦਾਂ ਤੁਸੀਂ ਪਹਿਲਾਂ ਇੱਕ ਜ਼ਿਕਰ ਕੀਤਾ ਕਿ ਦੁੱਧ ਚੁੰਗਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ, ਉੱਥੇ ਕੁਝ ਨੌਜਵਾਨ ਸਾਡੀਆਂ ਕੁਝ ਉਸ ਸਮੇਂ ਭੈਣਾਂ ਵੀ ਹੋਣਗੀਆਂ, ਕੁਝ ਬੀਬੀਆਂ ਵੀ ਹੋਣਗੀਆਂ, ਕੋਈ ਉਹਨਾਂ ਦੇ ਨਾਲ ਵੀ ਕੋਈ ਇਹਨਾਂ ਨੇ ਕੋਈ ਗਲਤ ਕਰਮ ਉੱਥੇ ਕੀਤਾ ਜੀ? ਇਹ ਸਭ ਗੱਲਾਂ ਸੁਣਨ ਦੇ ਵਿੱਚ ਆਈਆਂ ਨੇ ਜੀ, ਜਿਨ੍ਹਾਂ ਨੇ ਅੱਖੀਂ ਦੇਖਿਆ ਹੈ। ਕਿਉਂਕਿ ਮੈਂ ਪਹਿਲਾਂ ਬਿਆਨ ਕਰ ਚੁੱਕਾ ਕਿ ਭਾਣੇ ਸਾਰੇ ਵਾਪਰੇ ਨੇ ਉੱਥੇ। ਇਹਨਾਂ ਜ਼ਾਲਮ, ਕਿਉਂਕਿ ਗੱਲ ਬਿਆਨ ਕਰਨ ਲੱਗਿਆਂ ਸਾਡਾ ਦਿਲ ਕੰਬਦਾ ਹੈ। ਇਹਨਾਂ ਜ਼ਾਲਮਾਂ ਦੀਆਂ ਕਰਤੂਤਾਂ ਸਾਡੇ ਮਨ ਨੂੰ ਭਾਉਂਦੀਆਂ ਨਹੀਂ। ਇਹਨਾਂ ਕਾਰਨਾਂ ਕਰਕੇ ਇਹਦੇ ਅੱਜ ਅਸੀਂ ਇਹਨਾਂ ਨੂੰ ਵਿਖਰੇ ਹਾਂ। ਸੋ ਉਹਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਸਭ ਕੁਝ ਕੀਤਾ ਹੈ। ਕਿਉਂਕਿ ਇਹ ਲੋਕ ਸ਼ਰਾਬੀ ਵੀ ਸੀ, ਇਹਨਾਂ ਨੇ ਉਸੇ ਕੁਕਰਮ ਵੀ ਕੀਤੇ ਧੀਆਂ ਭੈਣਾਂ ਨਾਲ, ਉਹਨਾਂ ਜ਼ਬਰਦਸਤੀਆਂ ਕੀਤੀਆਂ। ਜਿਨ੍ਹਾਂ ਲੋਕਾਂ ਨੇ ਅੱਖੀਂ ਵੇਖਿਆ ਉਹ ਬਿਆਨ ਕਰ ਰਹੇ ਨੇ। ਜਿਵੇਂ ਸਾਡੇ ਭਾਈ ਸੁਗੰਧ ਸਿੰਘ ਜੀ ਬੱਲੂ ਜਲਾਲਾਬਾਦੀਆ ਹੈ, ਉਹ ਵੀ ਉੱਥੇ ਸੀ ਉਸ ਇਲਾਕੇ ਵਿੱਚ। ਇਹ ਸਾਰੀਆਂ ਗੱਲਾਂ ਅਸੀਂ ਆਪਸ ਵਿੱਚ ਬਹਿ ਕੇ ਇੱਕ ਦੂਜੇ ਨੂੰ ਦੱਸਦੇ ਹੁੰਦੇ ਸੀ ਔਰ ਕਰਦੇ ਹੁੰਦੇ ਸੀ ਵੀ ਇਹ ਕਿੱਥੇ ਕਿੱਥੇ ਕੀ ਵਾਪਰਿਆ, ਤੁਹਾਡੇ ਕੋਲ ਕੀ ਵਾਪਰਿਆ। ਔਰ ਇੱਕ ਗੱਲ, ਤੁਸੀਂ ਮੈਂ ਦੁੱਧ ਚੁੰਗਦੇ ਬੱਚੇ ਦੀ ਗੱਲ ਕਰਦਾ ਹਾਂ। ਭਾਈ ਰਿਸ਼ਪਾਲ ਸਿੰਘ ਪੀਏ ਹੈ ਸੰਤਾਂ ਦਾ, ਉਹਦੀ ਸਿੰਘਣੀ ਹੈ ਬੀਬੀ ਪ੍ਰੀਤਮ ਕੌਰ। ਔਰ ਉਹਨਾਂ ਦਿਨਾਂ ਵਿੱਚ ਉਹਨਾਂ ਦਾ ਕੁਝ ਦਿਨਾਂ, ਮੇਰਾ ਤਕਰੀਬਨ 18 ਦਿਨ ਦਾ ਇੰਨੇ ਦਿਨਾਂ ਦਾ ਬੱਚਾ ਸੀ ਉਹਨਾਂ ਦਾ। ਭਾਈ ਰਿਸ਼ਪਾਲ ਸਿੰਘ ਨੂੰ ਗੋਲੀ ਵੱਜ ਚੁੱਕੀ ਹੈ, ਉਸ ਬੱਚੇ ਨੂੰ ਵੀ ਗੋਲੀ ਵੱਜ ਚੁੱਕੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਉਸ ਵਿਚਾਰੇ ਦਾ ਕੀ ਕਸੂਰ ਹੈ। ਹੁਣ ਉਹ ਕੁਝ ਦਿਨਾਂ ਦਾ ਦੁੱਧ ਚੁੰਗਦਾ ਬੱਚਾ, ਉਹ ਵੀ ਗੋਲੀ ਦੀ ਮਾਰ ਖਾ ਗਿਆ ਹੈ ਇਹਨਾਂ ਜ਼ਾਲਮਾਂ ਦੇ ਹੱਥੋਂ। ਔਰ ਇਸ ਕਰਕੇ ਜੋ ਕੁਛ ਉੱਥੇ ਦਰਦਨਾਕ ਸਾਕੇ ਵਾਪਰੇ ਨੇ ਉਹ ਬਿਆਨ ਕਰਨ ਤੋਂ ਬਾਹਰ ਨੇ। ਪਹਿਲੀ ਗੱਲ ਤਾਂ ਸਾਡੀ ਜਦੋਂ ਅਕਾਲ ਤਖ਼ਤ ਦੇ ਗੋਲੇ ਵੱਜਦੇ ਸੀ, ਹਰਿਮੰਦਰ ਸਾਹਿਬ ਨੂੰ ਗੋਲੀਆਂ ਵੱਜਦੀਆਂ ਸੀ, ਸਿੰਘਾਂ ਨੂੰ ਇੰਨਾ ਰੋਹ ਆਉਂਦਾ ਸੀ ਕਿ ਇਹਨਾਂ ਨੂੰ ਅਸੀਂ ਕੱਚਿਆਂ ਨੂੰ ਸਾੜ ਦਈਏ, ਇਹਨਾਂ ਨੂੰ ਕੱਚਿਆਂ ਨੂੰ ਪੀ ਜਾਈਏ। ਇਹਨਾਂ ਹੀ ਕਾਰਨਾਂ ਕਰਕੇ ਸਿੰਘ ਜਿੰਨਾ ਚਿਰ ਵੀ ਲੜੇ ਨੇ, ਨਾ ਉਹਨਾਂ ਨੇ ਭੁੱਖ ਦੇਖੀ ਹੈ, ਨਾ ਉਹਨਾਂ ਪਿਆਸ ਦੇਖੀ ਹੈ, ਨਾ ਉਹਨਾਂ ਗਰਮੀ ਦੇਖੀ ਹੈ। ਕੇਵਲ ਤਾਂ ਕਿ ਗੁਰੂ ਦਾ ਸਹਾਰਾ ਲੈ ਕੇ ਵੀ ਅਸੀਂ ਇਹ ਬੇਅਦਬੀ ਹੁਣ ਇੱਕ ਅੱਖਾਂ ਦੇ ਸਾਹਮਣੇ ਨਹੀਂ ਸਹਾਰ ਸਕਦੇ। ਸੋ ਇਹ ਸਨ ਭਾਈ ਸਾਹਿਬ ਭਾਈ ਰਾਜ ਸਿੰਘ ਜੀ, ਪਿੰਡ ਵਰਪਾਲ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੋ ਵਾਪਰਿਆ, ਉਸ ਤੋਂ ਬਾਅਦ ਕੀ ਹੋਇਆ, ਉਹ ਸਾਰੀ ਗੱਲਬਾਤ ਇਹਨਾਂ ਨਾਲ ਕੀਤੀ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।